ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਸਮੁੰਦ ਸਾਗਰ ਨੀਰ ਭਰਿਆ तेते अवगुण हमारे दया करो किस मेहर उपावो डूबते पत्थर तारे सो कहो टल गुर से भी है अहनिस सहज सुभाए दर्शन परसे गुरु कै जन्म मरण दुख जाए दर्शन परसे गुरु कै जन्म मरण दुख जाए। धन वाहिगुरु साहिब जी। देव गंधारी महला पंजवां। प्रभ जियो पेखों दर्श तुम्हारा सुंदर ज्ञान त्यार दिन रैनी जी प्राण ते प्यारा। प्रभ जियो पेखों दर्श तुम्हारा सुंदर ध्यान तार दिन रैनी जी प्राण ते प्यारा रहाओ। शास्त्र वेद पुराण अविलोके सिमरत तत् विचारा दीना नाथ प्राण पत पूरन भवजल उदरन हारा। आद जुगाद भगत जन सेवक ताकि बिखै आधारा तिन जन की धूर बाशै नित नानक परमेसर देवनहारा। आद जुगाद भगत जन सेवक ताकि बिखै आधारा तिन जन की धूर बाशै नित नानक परमेसर देवनहारा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੂਹਾਨੀਅਤ ਦੇ ਸਾਗਰ, ਮਨੁੱਖਤਾ ਦੇ ਰਹਿਬਰ, ਹਲਤ ਪਲਤ ਦੇ ਰੱਖਿਅਕ, ਭਗਤ ਵਸ਼ਲ, ਦਇਆਨਿਧ, ਕਲਯੁਗ ਦੇ ਬੋਹਿਤ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਆ ਕਿ ਜੋ ਸਾਨੂੰ ਸੰਗਤੀ ਰੂਪ 'ਚ ਇਕੱਠੇ ਕੀਤਾ ਆ, ਸਾਨੂੰ ਆਪਣੇ ਨਾਮ ਦੇ ਨਾਲ ਜੋੜਿਆ ਆ ਤੇ ਹੁਣ ਗੁਰੂ ਪਾਤਸ਼ਾਹ ਜੀ ਸਾਨੂੰ ਆਪਣੀ ਬਾਣੀ ਦੀ ਵਿਚਾਰ ਦੇ ਨਾਲ ਜੋੜਨ ਜਾ ਰਹੇ ਆ। ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਆ ਕਿ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੰਨੀਆਂ ਉੱਚੀਆਂ ਦਾਤਾਂ ਦੇ ਕੇ ਨਿਵਾਜਿਆ ਆ, ਸਤਿਕਾਰਿਆ, ਆਪਣਾ ਮਾਣ ਬਖਸ਼ਿਆ ਆ ਤੇ ਹੁਣ ਆਪ ਹੀ ਕਿਰਪਾ ਕਰਨ, ਬਖਸ਼ਿਸ਼ ਕਰਨ ਕਿ ਬਾਣੀ ਦੇ ਵਿਚਾਰ ਵੀ ਆਪ ਹੀ ਕਰਵਾਉਣ, ਆਪ ਹੀ ਸਾਡੇ ਹਿਰਦਿਆਂ 'ਚ ਵਸਾਉਣ, ਸਾਡੇ ਮਨਾਂ 'ਚ ਵਸੇ ਤੇ ਅਸੀਂ ਇਸ ਬਾਣੀ ਅਨੁਸਾਰ ਚੱਲ ਪਾਈਏ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਉੱਚੇ ਆ, ਸਭ ਕਰਤਾ, ਸਭ ਭੁਗਤਾ, ਸਭ ਕੁਛ ਕਰਨ ਕਰਾਉਣ ਦੇ ਸਮਰੱਥਾ, ਖਿਨਮੈ ਥਾਪ ਉਥਾਪਨਹਾਰਾ, ਇੱਕ ਸੈਕਿੰਡ ਦੇ ਵਿੱਚ ਸਾਰੀ ਦੁਨੀਆ ਨੂੰ ਤਬਾਹ ਕਰਕੇ ਨਵੇਂ ਸਿਰੇ ਤੋਂ ਸਿਰਜ ਸਕਦੇ ਆ। ਕੋਟ ਕਰੋਟ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਚਾਸ, ਕਿ ਉਹਨਾਂ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦਾ ਨਿਵਾਸ ਆ। ਗੁਰ ਕਰਤਾ, ਗੁਰ ਕਰਨਹਾਰ, ਗੁਰ ਕਰਨ ਯੋਗ, ਗੁਰ ਪਰਮੇਸ਼ਰ ਅਭਿਯੋਗ, ਸਭ ਕੁਛ ਕਰਨ ਕਰਾਉਣ ਦੇ ਸਮਰੱਥਾ, ਕਿਉਂਕਿ ਸਭ ਕੁਝ ਹੈ ਹੀ ਉਹਨਾਂ ਦੇ ਹੱਥ ਦੇ ਵਿੱਚ। ਤੇ ਫਿਰ ਜਦੋਂ ਗੱਲ ਆਉਂਦੀ ਹੈ ਸਿਮਰਨ ਦੀ, ਧਿਆਨ ਦੀ, ਤੇ ਉਹ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਿ ਉਸ ਪੂਰਨ ਵਾਹਿਗੁਰੂ ਨੂੰ ਧਿਆਓ ਜੋ ਸਭ ਤੋਂ ਵੱਡਾ ਆ, ਜੋ ਇੱਕ ਓੰਕਾਰ ਸਤਨਾਮ ਇੱਕ ਆ, ਇੱਕ ਰਾਸਾ ਸਰਬ ਵਿਆਪਕ ਆ, ਜਿਸ ਦਾ ਨਾਮ ਵੀ ਸੱਚਾ ਆ, ਕਰਤਾ, ਸਭ ਕੁਛ ਕਰਨ ਕਰਾਉਣ ਵਾਲਾ ਆ, ਪੁਰਖ ਸਭ ਵਿੱਚ ਸਮਾਇਆ ਹੋਇਆ ਆ, ਨਿਰਭਉ, ਉਸਨੂੰ ਕਿਸੇ ਦਾ ਡਰ ਨਹੀਂ, ਨਿਰਵੈਰ, ਕਿਸੇ ਨਾਲ ਵੈਰ ਨਹੀਂ, ਅਕਾਲ ਮੂਰਤ,
ਕਿ ਉਹ ਉਸਦੀ ਮੂਰਤ, ਉਸਦੀ ਹਸਤੀ ਸਮੇਂ ਦੇ ਪ੍ਰਭਾਵ ਤੋਂ ਪਰੇ ਆ। ਉਸਨੂੰ ਸਮੇਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਅਜੂਨੀ, ਉਹ ਜੂਨਾਂ 'ਚ ਨਹੀਂ ਆਉਂਦਾ। ਸਹਿ-ਭੰਗ, ਉਸਦਾ ਪ੍ਰਕਾਸ਼ ਆਪਣੇ ਆਪ ਤੋਂ ਆ। ਗੁਰਪ੍ਰਸਾਦ, ਇੰਨੀਆਂ ਬਖਸ਼ਿਸ਼ਾਂ ਵਾਲਾ ਵਾਹਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਮਿਲਦਾ ਆ। ਤੇ ਹੁਣ ਇਵੇਂ ਦਾ ਇਹ ਰੱਬ ਦੀ ਪਰਿਭਾਸ਼ਾ ਆ, ਜੋ ਮੂਲ ਮੰਤਰ ਆ ਨਾ, ਏਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇਹ ਰੱਬ ਦੀ ਪਰਿਭਾਸ਼ਾ ਹੈ ਕਿ ਰੱਬ ਇਵੇਂ ਦਾ ਆ, ਉਹ ਜੂਨਾਂ 'ਚ ਨਹੀਂ ਆਉਂਦਾ, ਕਿਸੇ ਨਾਲ ਵੈਰ ਨਹੀਂ ਉਸਦਾ, ਸਮੇਂ ਨਾਲ ਉਸਨੂੰ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਿਲਦਾ ਆ, ਇੱਕ ਆ, ਇੱਕ ਰਸ ਆ, ਸਰਬ ਵਿਆਪਕ, ਹਰ ਜਗ੍ਹਾ ਤੇ ਆ, ਸਭ ਕੁਛ ਬਣਾਉਣ ਵਾਲਾ ਆ, ਕਰਨ ਵਾਲਾ ਆ। ਸੋ ਸਾਨੂੰ ਇਸ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਰੱਬ ਹੈ ਕੌਣ ਆ। ਜਿਵੇਂ ਕੋਈ ਬੰਦਿਆਂ ਨੂੰ ਰੱਬ ਬਣਾ ਬਹਿੰਦਾ ਆ, ਕੋਈ ਜਾਨਵਰਾਂ ਨੂੰ ਰੱਬ ਬਣਾ ਕੇ ਪੂਜੀ ਜਾਂਦਾ ਆ। ਸਾਡੀ ਜਿਹੜੀ ਉਹ ਦੁਚਿੱਤਾਪਨ ਆ ਜਾਂ ਕਨਫਿਊਜ਼ਨ ਆ ਰੱਬ ਦੇ ਨਾਂ ਤੇ, ਉਹ ਗੁਰੂ ਪਾਤਸ਼ਾਹ ਜੀ ਇੱਥੇ ਹੀ ਖ਼ਤਮ ਕਰ ਦਿੰਦੇ ਆ ਕਿ ਜਿਹੜਾ ਐਵੇਂ ਦਾ ਆ ਉਹ ਰੱਬ ਆ। ਤੇ ਉਹ ਕੌਣ ਆ? ਉਹ ਕੋਈ ਸਰੀਰ ਹੋ ਹੀ ਨਹੀਂ ਸਕਦਾ, ਜਾਂ ਕੋਈ ਵੀ ਹੋਰ ਦੇਵੀ ਦੇਵਤਾ ਹੋ ਹੀ ਨਹੀਂ ਸਕਦਾ। ਉਹ ਤਾਂ ਸਿਰਫ ਪ੍ਰਕਾਸ਼ ਵਾਹਿਗੁਰੂ ਹੀ ਆ, ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਤੱਕ ਸਾਨੂੰ ਪਹੁੰਚਾ ਸਕਦੇ ਆ। ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਕਿ ਇਹੀ ਸਾਨੂੰ ਉਸ ਦਰਗਾਹ ਤੱਕ, ਉਸ ਵਾਹਿਗੁਰੂ ਤੱਕ ਪਹੁੰਚਾ ਸਕਦੇ ਆ, ਇਹੀ ਸਾਨੂੰ ਮਿਲਾ ਸਕਦੇ ਆ। ਇਹਨਾਂ ਦੀ ਬਾਣੀ ਦੀ ਵਿਚਾਰ ਕਰਕੇ ਆਪਾਂ ਉਹਨਾਂ ਨੂੰ ਮਿਲ ਸਕਦੇ ਆ। ਸੋ ਇੱਥੇ ਸਾਨੂੰ ਪਹਿਲੀ ਗੱਲ ਕਲੀਅਰ ਹੋ ਜਾਂਦੀ ਕਿ ਜੇ ਆਪਾਂ ਮਿਲਣਾ ਆ ਤੇ ਫਿਰ ਮਿਲਣਾ ਕਿਹਨੂੰ ਆ। ਆਪਾਂ ਸਿਰਫ ਇੱਥੇ ਕੀ ਨਾ ਖੜ ਕੇ ਰਹਿ ਜਾਈਏ ਸਰੀਰਾਂ ਦੇ ਦਰਸ਼ਨਾਂ ਤੱਕ ਜਾਂ ਹੋਰ ਦੇਵੀ ਦੇਵਤਿਆਂ ਦੇ ਦਰਸ਼ਨਾਂ ਤੱਕ। ਉਹ ਜਿਹੜਾ ਵਾਹਿਗੁਰੂ ਆ ਉਹ ਸਭ ਤੋਂ ਉੱਪਰ ਆ, ਸਭ ਤੋਂ ਉੱਪਰ ਆ, ਤੇ ਦਰਸ਼ਨ ਆਪਾਂ ਉਹਦੇ ਕਰਨੇ ਆ। ਹੁਣ ਇਹ ਵੀ ਗੱਲ ਨਹੀਂ ਆ ਕਿ ਦਰਸ਼ਨ ਹੁੰਦੇ ਨਹੀਂ ਆ, ਦਰਸ਼ਨਾਂ ਦੀ ਖੇਡ ਨਹੀਂ ਹੈਗੀ, ਜਿਵੇਂ ਕੋਈ ਮੰਨਦਾ ਹੀ ਨਹੀਂ ਆ ਦਰਸ਼ਨਾਂ ਦੀ ਖੇਡ ਨੂੰ। ਹੁਣ ਬਾਣੀ ਦੇ ਵਿੱਚ ਸਾਡੇ ਹਰ ਸਵਾਲ ਦਾ ਜਵਾਬ ਆ। ਦਰਸ਼ਨ ਵੀ ਹੁੰਦੇ ਆ, ਗੁਰੂ ਪਾਤਸ਼ਾਹ ਜੀ ਕਿਰਪਾ ਵੀ ਕਰਦੇ ਆ, ਤੇ ਕਈਆਂ ਤੇ ਹੋਏ ਵੀ ਆ। ਜਿਵੇਂ ਕਿ ਅਸੀਂ ਦੋ ਸਰੀਰ ਆ, ਇੱਕ ਆ ਹਾਡ ਮਾਸ ਨਾੜੀ ਕੋ ਪਿੰਜਰ, ਇਹ ਸਰੀਰ ਆ ਜਿਹੜਾ ਜੋ ਆਪਾਂ ਨੂੰ ਦਿਸ ਰਿਹਾ ਆ। ਹੁਣ ਦੂਜਾ ਆ ਜਿਹੜਾ ਜੋ ਸਾਡੀ ਜੀਵਾਤਮਾ ਆ ਨਾ, ਦਸਵੇਂ ਨਿਜ ਕਰਵਾਸਾ ਬਾਈ, ਜੋ ਦਸਮ ਦੁਆਰ ਦੇ ਵਿੱਚ ਰਹਿ ਰਹੀ, ਉਹ ਰੂਹ ਆ। ਦਰਸ਼ਨ ਉਸਨੇ ਕਰਨੇ ਆ। ਪੈ ਕੇ ਚਰਨ ਕਰ ਭਾਉ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਹ ਕੰਤ ਮਿਲਾਵਾ ਹੋਏ। ਉਹ ਵਾਹਿਗੁਰੂ ਨੂੰ ਮਿਲਣਾ ਆ, ਦਰਸ਼ਨ ਕਰਨੇ ਆ, ਪੈ ਕੇ ਚਰਨ, ਵਾਹਿਗੁਰੂ ਦੇ ਡਰ ਦੇ ਅਦਬ ਦੇ ਚਰਨ ਬਣਾਓ। ਇਹਨਾਂ ਪੈਰਾਂ ਦੇ ਨਾਲ ਚੱਲ ਕੇ ਉੱਥੇ ਨਹੀਂ ਜਾ ਹੋਣਾ, ਇਹਨਾਂ ਪੈਰਾਂ ਦੇ ਨਾਲ ਚੱਲ ਕੇ ਉਹ ਦਰਸ਼ਨ ਨਹੀਂ ਹੋਣੇ। ਉਹ ਕਿੰਨੇ ਕਰਨੇ ਆ? ਉਹ ਸਾਡੀ ਰੂਹ ਨੇ ਕਰਨੇ ਆ, ਉਹ ਸਾਡੀ ਜੀਵਾਤਮਾ ਨੇ ਕਰਨੇ ਆ। ਪ੍ਰਕਾਸ਼ ਉਸਨੂੰ ਹੀ ਦਿਸਦਾ ਹੈ, ਦਰਸ਼ਨ ਉਸਨੂੰ ਹੀ ਹੁੰਦੇ ਆ। ਇਹ ਸਰੀਰਕ ਅੱਖਾਂ ਦੇ ਨਾਲ ਦਰਸ਼ਨ ਨਹੀਂ ਹੁੰਦੇ, ਕਿਉਂਕਿ ਵਾਹਿਗੁਰੂ ਸੂਖਸ਼ਮ ਆ, ਉਹਦੀ ਸਾਰੀ ਖੇਡ ਸੂਖਸ਼ਮ ਆ, ਜਿਸ ਤੇ ਆਪਾਂ ਯਕੀਨ ਨਹੀਂ ਕਰਦੇ। ਅਸੀਂ ਕਹਿੰਦੇ ਆ ਕਿ ਜੋ ਦਿਸਦਾ ਆ ਉਹੀ ਸੱਚ ਆ, ਪਰ ਜੋ ਦਿਸ ਰਿਹਾ ਉਹ ਸਭ ਝੂਠ ਆ। ਸੱਚ ਸਿਰਫ ਇੱਕ ਵਾਹਿਗੁਰੂ ਆ, ਪ੍ਰਕਾਸ਼ ਵਾਹਿਗੁਰੂ, ਜਿਹੜਾ ਕਦੀ ਵੀ ਬਦਲਦਾ ਨਹੀਂ ਆ। ਜਿਹੜੀ ਸੱਚੀ ਚੀਜ਼ ਹੁੰਦੀ ਆ ਨਾ, ਜੋ ਸੱਚ ਹੁੰਦਾ ਆ, ਉਹ ਕਦੀ ਨਹੀਂ ਬਦਲਦਾ, ਕਦੀ ਨਹੀਂ ਬਦਲਦਾ। ਜੋ ਸੱਚ ਹੋਇਆ, ਤੇ ਸੱਚ ਸਿਰਫ ਇੱਕ ਹੀ ਆ। ਕੋਈ ਇੱਥੇ ਬੰਦਾ ਸੱਚ ਨਹੀਂ ਆ, ਕੋਈ ਇੱਥੇ ਪਦਾਰਥ ਸੱਚ ਨਹੀਂ ਆ, ਕਿਉਂਕਿ ਸਭ ਸਮੇਂ ਦੇ ਨਾਲ ਬਦਲਦਾ। ਸਿਰਫ ਇੱਕ ਵਾਹਿਗੁਰੂ ਹੀ ਆ ਜਿਹੜਾ ਬਦਲਦਾ ਨਹੀਂ ਆ। ਸੋ ਕੌਣ ਆ? ਉਹ ਪ੍ਰਕਾਸ਼ ਵਾਹਿਗੁਰੂ ਆ। ਤੇ ਸਾਨੂੰ ਤਾਂ ਕਿਤੇ ਦਿਸ ਨਹੀਂ ਰਿਹਾ, ਪਰ ਉਹ ਹੈਗਾ ਆ। ਬਾਣੀ ਪੜ੍ਹੋ, ਬਾਣੀ ਪੜ੍ਹ ਕੇ ਸਾਨੂੰ ਪਤਾ ਲੱਗਦਾ ਉਹ ਸਾਡੇ ਅੰਦਰ ਹੀ ਆ। ਪੈ ਕੇ ਚਰਨ ਕਰ ਭਾਵ ਕਿ ਲੋਏ ਨੂੰ ਸੁਰਤ ਕਰੇ, ਉਹ ਸੁਰਤੀ ਦੀਆਂ ਅੱਖਾਂ ਬਣਾਓ, ਧਿਆਨ ਧਰੋ। ਜਦੋਂ ਆਪਾਂ ਅੱਖਾਂ ਬੰਦ ਕਰਕੇ ਬੈਠਦੇ ਆਂ, ਅੰਮ੍ਰਿਤ ਵੇਲੇ ਬੈਠਦੇ ਆਂ, ਸੁਰਤੀ ਲਗਾਉਂਦੇ ਆਂ, ਵਾਹਿਗੁਰੂ ਸਿਮਰਨ ਕਰਦੇ ਆਂ, ਜ਼ੁਬਾਨ ਦੇ ਨਾਲ ਵਾਹਿਗੁਰੂ ਬੋਲਦੇ ਆਂ, ਕੰਨਾਂ ਦੇ ਨਾਲ ਸੁਣਦੇ ਆਂ, ਤੇ ਉਹਦੇ ਨਾਲ ਹੌਲੀ-ਹੌਲੀ ਜਿਵੇਂ ਪਹਿਲਾਂ ਸਾਡਾ ਮਨ ਟਿਕਦਾ ਆ, ਫਿਰ ਸਾਨੂੰ ਅੰਦਰੋਂ ਅਨਹਦ ਸੁਣਦਾ ਆ, ਪ੍ਰਕਾਸ਼ ਹੁੰਦਾ ਆ, ਵੈਰਾਗ ਹੁੰਦਾ ਆ, ਫਿਰ ਸਾਨੂੰ ਪ੍ਰਤੱਖ ਵਾਹਿਗੁਰੂ ਆ ਕੇ ਦਿਸ ਪੈਂਦਾ ਆ। ਤੇ ਇਹ ਸਭ ਕੁਝ ਸਾਨੂੰ ਅੰਦਰੋਂ ਹੀ ਮਿਲਦਾ ਆ, ਸਾਡੀ ਰੂਹ ਨੂੰ ਹੀ ਮਿਲਦਾ ਆ। ਸਰੀਰ ਇਹਨਾਂ ਚੀਜ਼ਾਂ ਤੱਕ ਨਹੀਂ ਪਹੁੰਚ ਸਕਦੀ। ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ, ਅੰਬੜ ਕੋਇ ਨਾ ਸਕਈ ਹਉ ਕਿਸ ਨੂੰ ਪੁੱਛਣ ਜਾਓ।
ਕਿ ਉੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਹੈਗੀ, ਸਾਡੀ ਇਹਨਾਂ 5 ਗਿਆਨ ਇੰਦਰੀਆਂ ਦੀ ਵੀ ਪਹੁੰਚ ਨਹੀਂ ਹੈਗੀ, ਇਸ ਸਰੀਰ ਦੀ ਕੋਈ ਪਹੁੰਚ ਨਹੀਂ ਹੈਗੀ, ਕਿਸੇ ਬੰਦੇ ਦੀ ਪਹੁੰਚ ਨਹੀਂ ਹੈਗੀ। ਉੱਥੇ ਸਿਰਫ਼ ਤੇ ਸਿਰਫ਼ ਪਹੁੰਚ ਇੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆ, ਸੱਚਖੰਡ, ਜਿੱਥੇ ਵਾਹਿਗੁਰੂ ਵਸਦਾ ਹੈ। ਤੇ ਜੇ ਆਪਾਂ ਆਪਣੇ ਵਾਹਿਗੁਰੂ ਦੇ ਪ੍ਰਕਾਸ਼, ਵਾਹਿਗੁਰੂ ਦੇ ਦਰਸ਼ਨ ਕਰਨੇ ਆ, ਤੇ ਉਹਦੇ ਲਈ ਸਾਨੂੰ ਭਗਤੀ ਕਰਨੀ ਪੈਣੀ ਆ, ਸਿਮਰਨ ਕਰਨਾ ਪੈਣਾ ਆ, ਧਿਆਨ ਧਰਨਾ ਪੈਣਾ ਆ। ਉਹ ਧਿਆਨ ਕਿੱਥੇ ਧਰਿਆ ਜਾਂਦਾ ਹੈ? ਸੰਗਤ ਦੇ ਵਿੱਚ। ਸੰਗਤ ਦੇ ਵਿੱਚ ਸਿਮਰਨ ਬਹੁਤ ਸੌਖਾ ਹੁੰਦਾ। ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਵਿਰਾਗ, ਕੇ ਜਿੰਨੇ ਵੀ ਅਜੇ ਤੱਕ ਰੱਬ ਨੂੰ ਪਾਇਆ ਨਾ, ਸੰਗਤ ਚੋਂ ਹੀ ਪਾਇਆ ਆ, ਬਹੁਤ ਸੋਹਣੇ ਭਾਗਾਂ ਦੇ ਨਾਲ, ਤੇ ਰੋ ਕੇ ਪਾਇਆ ਆ, ਵਿਰਾਗ ਦੇ ਨਾਲ ਪਾਇਆ ਆ, ਹਰ ਸਿਮਰਤ ਪੂਰਨ ਪਦ ਪਾਇਆ, ਕਿ ਉਹ ਪੂਰਨ ਵਾਹਿਗੁਰੂ ਨੂੰ ਫਿਰ ਪਾਇਆ ਜਾਂਦਾ ਆ ਸਿਮਰਨ ਕਰਕੇ। ਸੋ ਦਰਸ਼ਨਾਂ ਦਾ ਵੀ ਜੋ ਹੈਗਾ ਆ ਨਾ ਪ੍ਰੋਸੈਸ, ਕਿ ਦਰਸ਼ਨ ਸਾਨੂੰ ਕਿਵੇਂ ਹੁੰਦੇ ਆ, ਉਹਦਾ ਵੀ ਇੱਕ ਹੀ ਤਰੀਕਾ ਆ ਕਿ ਸਾਨੂੰ ਸਿਮਰਨ ਕਰਨਾ ਪੈਣਾ। ਸਭ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਲੈਣੀ ਆ, 4 ਬੱਜਰ ਖੁਰਾਕਾਂ ਤਿਆਗਣੀਆਂ ਪੈਣੀਆਂ ਨੇ, 5 ਕਕਾਰਾਂ ਦੇ ਧਾਰਨੀ ਹੋਣਾ ਪੈਣਾ ਹੈ। ਗੁਰੂ ਸਾਹਿਬ ਜੀ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਸਿਮਰਨ ਕਰਨਾ ਸ਼ੁਰੂ ਕਰੋ, ਵਾਹਿਗੁਰੂ ਦਾ ਪੁੱਤਰ ਬਣ ਕੇ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਕਿ ਧਰਮਰਾਜ ਦੇ ਦਰ ਤੋਂ ਅਸੀਂ ਉਹ ਪੁਰਾਣਾ ਆਪਣਾ ਚਿੱਠਾ ਪੜਵਾਉਣਾ ਆ, ਗੁਰੂ ਨਾਨਕ ਦੇ ਘਰ ਜਨਮ ਲੈਣਾ ਆ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਨਾਨਕ ਦੇ ਪੁੱਤਰ ਬਣਨਾ ਹੈ, ਤੇ ਫਿਰ ਸਿਮਰਨ ਕਰਨਾ ਆ, ਭਗਤੀ ਕਰਨੀ ਆ, ਤੇ ਫਿਰ ਬਾਣੀ ਦੀ ਵਿਚਾਰ ਕਰਾਂਗੇ, ਸਿਮਰਨ ਕਰਾਂਗੇ, ਸੰਗਤ ਕਰਾਂਗੇ, ਸੰਗਤ ਦੀ ਚਰਨ ਧੂੜ ਲਵਾਂਗੇ। ਹੌਲੀ ਹੌਲੀ ਫਿਰ ਅਸੀਂ ਵੀ ਉਹ ਵਾਹਿਗੁਰੂ ਵਰਗੇ ਬਣਦੇ ਜਾਵਾਂਗੇ, ਕਿ ਸਾਡਾ ਫਿਰ ਜਿਵੇਂ ਜੋ ਧਿਆਨ ਆ ਉਹ ਵਾਹਿਗੁਰੂ 'ਚ ਟਿਕਣਾ ਸ਼ੁਰੂ ਹੋ ਜਾਊਗਾ, ਮਨ ਟਿਕਣਾ ਸ਼ੁਰੂ ਹੋ ਜਾਊਗਾ। ਫਿਰ ਹੌਲੀ ਹੌਲੀ ਸਾਡੇ ਅੰਦਰ ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਓ, ਫਿਰ ਸਾਡੇ ਮਨ ਦੇ ਵਿੱਚ ਇੱਕ ਵੈਰਾਗ ਪੈਦਾ ਹੋਊਗਾ ਕਿ ਵਾਹਿਗੁਰੂ ਮੈਂ ਤੈਨੂੰ ਮਿਲਣਾ ਆ। ਉਹ ਦਰਸ਼ਨਾਂ ਦੀ ਤਾਂਘ ਪੈਦਾ ਹੋਊਗੀ, ਅੰਦਰ ਵਾਹਿਗੁਰੂ ਨੂੰ ਮਿਲਣ ਦਾ ਚਾਅ ਪੈਦਾ ਹੋਊਗਾ। ਫਿਰ ਉਹਦੇ ਨਾਲ ਜਦੋਂ ਚਾਅ ਬਹੁਤ ਵੱਧ ਜਾਂਦਾ, ਫਿਰ ਵੈਰਾਗ ਆਉਂਦਾ ਆ ਕਿ ਇਹ ਜਿਹੜੀ ਖੇਡ ਆ ਬਹੁਤ ਸਹਿਜ ਦੀ ਆ। ਸਹਿਜ ਮਿਲੇ ਮਿਲਿਆ ਪ੍ਰਵਾਨ, ਕਿ ਅਸਲ 'ਚ ਮਿਲਾਪ ਉਸ ਦਾ ਹੀ ਆ ਜੋ ਹੌਲੀ ਹੌਲੀ ਵਾਹਿਗੁਰੂ ਦੇ ਨਾਲ ਮਿਲ ਕੇ ਭਗਤੀ ਕਰ ਕਰਕੇ ਵਾਹਿਗੁਰੂ ਵਰਗਾ ਆਪਣਾ ਸੁਭਾਅ ਬਣਾ ਲਏ, ਆਪਣੇ ਆਪ ਨੂੰ ਇਵੇਂ ਦਾ ਕਰ ਲਏ ਕਿ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਸਮਝ ਲਏ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ, ਕਿ ਫਿਰ ਵਾਹਿਗੁਰੂ ਦੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਹੀ ਨਾ ਰਹੇ। ਫਿਰ ਜਦੋਂ ਦਰਸ਼ਨ ਹੋਣ, ਵਾਹਿਗੁਰੂ ਨੂੰ ਮਿਲੀਏ, ਜਿਉਂ ਜਲ ਮੇ ਜਲਾਏ ਖਟਾਨਾ, ਤੇ ਉਹ ਜੋਤੀ ਸੰਗ ਜੋਤ ਸਮਾਨਾ, ਜੋਤ ਮਿਲੀ ਸੰਗ ਜੋਤ, ਤੇ ਫਿਰ ਉੱਥੇ ਜਾ ਕੇ ਉਹ ਸਾਡਾ ਜਿਹੜਾ ਜੀਵਨ ਮਨੋਰਥ ਆ ਉਹ ਪੂਰਾ ਹੋਊਗਾ। ਕਿ ਜਦੋਂ ਆਪਾਂ ਸਾਡੀ ਜਿਹੜੀ ਜੀਵਾਤਮਾ ਉਹ ਤਾਂ ਹੈ ਹੀ ਵਾਹਿਗੁਰੂ ਦਾ ਰੂਪ, ਤੇ ਜਦੋਂ ਆਪਾਂ ਜਿਉਂਦਿਆਂ ਜੀ ਵਾਹਿਗੁਰੂ ਨੂੰ ਸਮਝ ਕੇ, ਵਾਹਿਗੁਰੂ ਦੀ ਖੇਡ ਨੂੰ ਸਮਝ ਕੇ ਉਸ ਦੇ ਨਾਲ ਮਿਲਾਪ ਹਾਸਲ ਕਰ ਲਿਆ, ਸਾਡਾ ਜੀਵਨ ਮਨੋਰਥ ਪੂਰਾ ਹੋ ਜਾਊਗਾ। ਇਸੇ ਲਈ ਸਾਨੂੰ ਇਹ ਜਨਮ ਮਿਲਿਆ ਆ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਿਰਫ ਰੱਬ ਨੂੰ ਮਿਲਣ ਦੀ ਵਾਰੀ ਮਿਲੀ ਆ। ਅੱਜ ਦੇ ਸ਼ਬਦਾਂ ਦੇ ਵਿੱਚ ਵੀ ਗੁਰੂ ਪਾਤਸ਼ਾਹ ਜੀ ਨੇ ਦਰਸ਼ਨਾਂ ਦੀ ਖੇਡ ਬਾਰੇ ਸਾਨੂੰ ਸਮਝਾਇਆ ਆ। ਦੇਵ ਗੰਧਾਰੀ ਮਹਿਲਾ ਪੰਜਵਾਂ, ਦੇਵ ਗੰਧਾਰੀ ਰਾਗ ਆ, 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਸ਼ਬਦ ਆ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 532 ਉੱਪਰ ਸੁਭਾਏਮਾਨ। ਸ਼ਬਦ ਦੀ ਰਹਾਉ ਦੀ ਤੁਕ ਦੇ ਵਿੱਚ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਪ੍ਰਭ ਜੀਓ ਪੇਖੋ ਦਰਸ ਤੁਮਾਰਾ, ਕਿ ਹੇ ਵਾਹਿਗੁਰੂ ਮਿਹਰ ਕਰ ਕਿ ਮੈਂ ਸਦਾ ਤੇਰੇ ਦਰਸ਼ਨ ਕਰਦਾ ਰਵਾਂ, ਕਿ ਹਮੇਸ਼ਾ ਹੀ ਤੇਰੇ ਦਰਸ਼ਨ ਕਰਦਾ ਰਵਾਂ। ਹੁਣ ਸਾਨੂੰ ਤਾਂ ਜਨਮ ਹੀ ਇਸੇ ਲਈ ਮਿਲਿਆ ਆ। ਹੁਣ ਸਾਨੂੰ ਕਿੰਨਿਆਂ ਕੁ ਨੂੰ ਦਰਸ਼ਨ ਹੋ ਰਹੇ, ਸਾਡਾ ਕਿੰਨਿਆਂ ਕੁ ਦਾ ਵਾਹਿਗੁਰੂ ਦੇ ਮਿਲਾਪ ਦੇ ਵਿੱਚ, ਵਾਹਿਗੁਰੂ ਦੇ ਦਰਸ਼ਨਾਂ ਵੱਲ ਧਿਆਨ ਆ। ਕਿੱਧਰ ਮਤਲਬ ਸਾਡਾ ਧਿਆਨ ਕਿੱਧਰ ਦੀ ਕਿੱਧਰ ਭਟਕਿਆ ਹੋਇਆ ਆ। ਦੇਖ ਲਓ, ਜੀਵ ਕਰਨ ਕੀ ਆਇਆ ਆ? ਕਰਨ ਕੀ ਆਇਆ ਆ? ਸੇਵਾ ਭਗਤੀ ਕਰਨ ਆਇਆ ਆ, ਵਾਹਿਗੁਰੂ ਨੂੰ ਮਿਲਣ ਆਇਆ ਆ। ਪਰ ਮਾਇਆ ਨੇ, ਪਦਾਰਥਾਂ ਨੇ
ਇਸ ਦਾ ਧਿਆਨ ਕਿੰਨਾ ਭਟਕਾ ਦਿੱਤਾ ਆ ਕਿ ਦਰਸ਼ਨਾਂ ਵੱਲ ਆਉਂਦਾ ਹੀ ਨਹੀਂ। ਹੁਣ ਜਿਹੜਾ ਬਾਣੀ ਦੀ ਵਿਚਾਰ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੇ ਨਾਲ ਜੁੜਦਾ ਆ, ਸਮਝਦਾ ਆ ਬਾਣੀ ਚੋਂ ਕਿ ਮੈਂ ਦਰਸ਼ਨ ਕਰਨ ਹੀ ਆਇਆ, ਫਿਰ ਉਸਦਾ ਜਦੋਂ ਪਿਆਰ ਪੈਂਦਾ ਆ ਨਾ ਵਾਹਿਗੁਰੂ ਦੇ ਨਾਲ, ਉਸਨੂੰ ਵੀ ਹੁੰਦਾ ਹੈ ਮੈਂ ਉਸ ਵਾਹਿਗੁਰੂ ਨੂੰ ਮਿਲਾਂ ਤਾਂ ਸਹੀ, ਜੋ ਮੇਰਾ ਸਭ ਕੁਛ ਆ ਮੈਂ ਉਸਨੂੰ ਮਿਲਾਂ ਤਾਂ ਸਹੀ, ਜਿਸ ਤੇ ਮੈਂ ਕੋਲ ਜਾਣਾ ਆ। ਫਿਰ ਉਹ ਅੰਦਰ ਇੱਕ ਤਾਂਘ ਪੈਦਾ ਹੁੰਦੀ ਆ, ਬਹੁਤ ਤਾਂਘ ਪੈਦਾ ਹੁੰਦੀ ਆ। ਫਿਰ ਉਹ ਖੇਡ ਬਣਦੀ ਆ ਕਿ ਜਦੋਂ ਸਾਡੇ ਅੰਦਰ ਪਿਆਰ ਪੈਦਾ ਹੋਊਗਾ ਨਾ ਵਾਹਿਗੁਰੂ ਨੂੰ ਮਿਲਣ ਲਈ ਕਿ ਮੈਂ ਰੱਬ ਨੂੰ ਮਿਲਣਾ ਆ, ਇਹ ਖੇਡ ਉਦੋਂ ਹੀ ਸ਼ੁਰੂ ਹੋਣੀ ਆ। ਨਹੀਂ ਤੇ ਭਾਵੇਂ ਤੁਹਾਨੂੰ ਕੋਈ ਲੱਖਾਂ ਵਾਰੀ ਸਮਝਾ ਦਏ, ਕੋਈ ਵੀ ਸਾਨੂੰ ਧੱਕੇ ਦੇ ਨਾਲ ਇਸ ਖੇਡ ਤੇ ਇਸ ਰਾਹ ਤੇ ਨਹੀਂ ਤੋਰ ਸਕਦਾ। ਇਹ ਤੇ ਬਸ ਜਦੋਂ ਗੁਰੂ ਪਾਤਸ਼ਾਹ ਜੀ ਨੇ ਤੁਹਾਨੂੰ ਆਪ ਅੰਦਰੋਂ ਸਮਝਾ ਦਿੱਤਾ ਨਾ, ਬਾਣੀ ਚੋਂ ਸਮਝ ਲਿਆ, ਜਾਂ ਗੁਰੂ ਪਾਤਸ਼ਾਹ ਜੀ ਨੇ ਆਪ ਤੁਹਾਨੂੰ ਸਮਝਾ ਦਿੱਤਾ, ਉਦੋਂ ਹੀ ਚੱਲ ਹੋਣਾ ਆ, ਵੈਸੇ ਨਹੀਂ ਚੱਲ ਹੁੰਦਾ। ਵੈਸੇ ਕੌਣ ਚਾਹੁੰਦਾ ਹੈ ਕਿ ਮੈਨੂੰ ਦਰਸ਼ਨ ਹੋਣ? ਬਾਹਰਲੇ ਦਰਸ਼ਨਾਂ 'ਚ ਹੀ ਆਪਾਂ ਇੰਨੇ ਵਿਅਸਤ ਹਾਂ ਕਿ ਬਾਹਰ ਘੁੰਮ ਫਿਰ ਲਿਆ, ਬਾਹਰ ਐਸ਼-ਪ੍ਰਸਤੀ ਕਰ ਲਈ, ਤੇ ਜੇ ਵੱਧ ਤੋਂ ਵੱਧ ਗੁਰਦੁਆਰੇ ਵੀ ਜਾਂਦੇ ਆ ਤੇ ਉੱਥੇ ਵੀ ਸਿਰਫ ਉਹ ਇੱਥੋਂ ਕੁ ਤੱਕ ਹੀ ਸੀਮਤ ਆ ਕਿ ਉੱਥੇ ਗਏ, ਮੱਥਾ ਟੇਕਿਆ ਤੇ ਘਰ ਨੂੰ ਆ ਗਏ। ਗੁਰ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਪਰ ਸਿਰਫ ਗੁਰਦੁਆਰੇ ਜਾ ਕੇ ਮੱਥਾ ਟੇਕਿਆ, ਇੰਨੇ ਕੁ ਦਰਸ਼ਨਾਂ ਦੇ ਨਾਲ ਗੱਲ ਨਹੀਂ ਬਣਨੀ। ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਡੇ ਕੋਲ ਬੈਠੇ ਆ ਕਿ ਇਹਨਾਂ ਨੇ ਸਾਨੂੰ, ਇਹ ਤਾਂ ਦਰਗੇ ਕਾ ਬਸੀਠ, ਇਹ ਉਹ ਵਾਹਿਗੁਰੂ ਦੇ ਘਰ ਦੇ ਵਿਚੋਲੇ ਆ। ਇਹਨਾਂ ਨੇ ਸਾਨੂੰ ਉਸ ਪ੍ਰਕਾਸ਼ ਵਾਹਿਗੁਰੂ ਦੇ ਨਾਲ ਮਿਲਾ ਦੇਣਾ ਆ, ਦਰਸ਼ਨ ਕਰਵਾ ਦੇਣੇ ਆ, ਸਾਨੂੰ ਸੱਚਖੰਡ ਲੈ ਜਾਣਾ ਆ। ਤੇ ਜੇ ਆਪਾਂ ਸਿਰਫ ਇੱਥੇ ਆ ਕੇ ਘੁੰਮਣ ਘੇਰੀ ਲੈ ਕੇ ਚਲੇ ਜਾਂਦੇ ਆ ਤੇ ਇਵੇਂ ਕੁਛ ਨਹੀਂ ਮਿਲਣਾ। ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ, ਉਹਨਾਂ ਚਿਰ ਮੁਕਤੀ ਮਿਲਣੀ ਨਹੀਂ ਜਿੰਨਾ ਚਿਰ ਅਸੀਂ ਸ਼ਬਦ ਦੀ ਵਿਚਾਰ ਨਾ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਨਾਲ ਗੱਲਬਾਤ ਨਾ ਕੀਤੀ। ਤੇ ਹੁਣ ਜਿਹੜੇ ਦਰਸ਼ਨ ਆ, ਦਰਸ਼ਨ ਵੀ ਉਹ ਵਾਹਿਗੁਰੂ ਦੇ ਦਰਸ਼ਨ, ਰੱਬ ਦੇ ਨਾਲ ਮਿਲਾ ਵੀ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਕਦੇ ਆ। ਇਹਨਾਂ ਤੋਂ ਛੁੱਟ ਸਾਨੂੰ ਹੋਰ ਕੋਈ ਨਹੀਂ ਮਿਲਾ ਸਕਦਾ, ਕਿਉਂਕਿ ਇਹਨਾਂ ਦੇ ਵਿੱਚ ਤੇ ਵਾਹਿਗੁਰੂ 'ਚ ਕੋਈ ਫਰਕ ਨਹੀਂ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵਾਹਿਗੁਰੂ ਦੇ ਵਿੱਚ ਕੋਈ ਫਰਕ ਨਹੀਂ ਆ, ਇੱਕ ਹੀ ਆ। ਸੋ ਆਪਾਂ ਵੀ ਇਸ ਫਰਕ ਨੂੰ ਖਤਮ ਕਰਦਿਆਂ ਹੋਇਆਂ ਆਪਣੇ ਮਨਾਂ ਚੋਂ ਕੱਢ ਕੇ ਤੇ ਫਿਰ ਆਪਾਂ ਅੰਦਰੋਂ ਉਹ ਤਾਂਘ ਬਣਾਉਣੀ ਆ ਕਿ ਜਿਹੜੀ ਮੇਰੀ ਜੀਵਾਤਮਾ ਆ, ਉਹ ਉਸ ਵਾਹਿਗੁਰੂ ਨੂੰ ਮਿਲ ਸਕੇ, ਪ੍ਰਤੱਖ ਤੌਰ ਤੇ ਮਿਲ ਸਕੇ, ਅਸੀਂ ਜਿਉਂਦੇ ਜੀ ਦਰਸ਼ਨ ਕਰ ਸਕੀਏ। ਹੁਣ ਜਿਹੜੀ ਦਰਸ਼ਨਾਂ ਦੀ ਖੇਡ ਆ, ਉਹ ਜੀਵ ਦੀ, ਜਿਵੇਂ ਲਾਵਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਲਿਖਿਆ ਆ ਨਾ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬਰਮਾ ਬੇਦ ਧਰਮ ਦ੍ਰਿੜੋ, ਹਰ ਪਾਪ ਤਜਾਇਆ ਬਲਰਾਮ ਜੀਓ। ਕਿ ਜਦੋਂ ਦਰਸ਼ਨਾਂ ਦੀ ਖੇਡ ਸ਼ੁਰੂ ਹੁੰਦੀ ਹੈ, ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਸਾਡਾ ਆਪਣੇ ਵੱਲ ਧਿਆਨ ਕਰਦੇ, ਜਿਵੇਂ ਕਿਸੇ ਦਾ ਬਾਣੀ ਵੱਲ ਧਿਆਨ ਹੋ ਜਾਏ, ਸੰਗਤ ਕਰਨੀ ਸ਼ੁਰੂ ਕਰ ਦੇ, ਉਹਨੂੰ ਰਹਿਤ ਕੁਰੈਤ ਦੀ ਗੱਲ ਸਮਝ ਆ ਜਾਏ, ਰਹਿਤ ਕੁਰੈਤ ਦੀ ਗੱਲ ਸਮਝ ਕੇ ਫਿਰ ਉਹ ਵਾਹਿਗੁਰੂ ਦੇ ਰਾਹ ਤੇ ਚੱਲਣਾ ਸ਼ੁਰੂ ਕਰ ਦੇ, ਬਾਣੀ ਨੂੰ ਵਿਚਾਰੇ, ਸਮਝੇ ਵਾਹਿਗੁਰੂ ਦੇ ਰਾਹ ਨੂੰ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਉਸ ਰਾਹ ਤੇ ਚੱਲਦਾ ਆ, ਫਿਰ ਉਹਦੀ ਦੂਜੀ ਲਾਮ ਹੁੰਦੀ ਆ, ਉਹਦੇ ਦਰਸ਼ਨਾਂ ਦੀ ਅਵਸਥਾ ਦੇ ਵਿੱਚ ਉਹ ਜਿਹੜਾ ਦੂਜਾ ਸਟੈਪ ਉਹ ਕਿਹੜਾ ਹੁੰਦਾ ਆ ਕਿ ਉਹਦੇ ਅੰਦਰ ਫਿਰ ਅਨਹਦ ਚੱਲਣਾ ਸ਼ੁਰੂ ਹੁੰਦਾ ਹੈ। ਜਿਵੇਂ ਆਪਾਂ ਪਹਿਲਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਫਿਰ ਉਹ ਹੌਲੀ ਹੌਲੀ ਵਾਹਿਗੁਰੂ ਅੰਦਰੋਂ ਸੁਣਨਾ ਸ਼ੁਰੂ ਹੁੰਦਾ ਆ। ਹਰ ਤੀਜੜੀ ਲਾਭ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ। ਫਿਰ ਤੀਜੀ ਲਾਮ ਦੇ ਵਿੱਚ ਅੰਦਰ ਚਾਅ ਪੈਦਾ ਹੁੰਦਾ ਆ, ਚਾਅ ਇੰਨਾ ਵੱਧ ਜਾਂਦਾ ਆ, ਅੰਦਰੋਂ ਰੋਣਾ ਹੁੰਦਾ ਆ, ਅੰਦਰੋਂ ਉਹ ਰੱਬ ਲਈ ਫਿਰ ਜਿਹੜੇ ਇਮੋਸ਼ਨ ਆ, ਰੱਬ ਦੇ ਮਿਲਾਪ ਦੇ ਵਿਛੋੜੇ ਦੀ ਤਾਂਘ, ਉਹ ਫਿਰ ਝੱਲ ਨਹੀਂ ਹੁੰਦੀ ਜੀਵ ਤੋਂ। ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀ। ਤੇ ਚੌਥੀ ਲਾਮ ਫਿਰ ਜਦੋਂ ਗੁਰੂ ਪਾਤਸ਼ਾਹ ਜੀ ਵਰਗੇ ਬਣ ਕੇ, ਉਹਨਾਂ ਵਰਗਾ ਸੁਭਾਅ ਬਣ ਕੇ, ਸਹਿਜ ਹੋ ਕੇ, ਫਿਰ ਜਿਹੜਾ ਬੰਦਾ ਆ, ਉਹ ਜਿਹੜਾ ਜੀਵ ਆ, ਉਹ
ਜੋ ਜੀਵਾਤਮਾ ਆ ਸਾਡੀ, ਉਹ ਵਾਹਿਗੁਰੂ ਦੇ ਨਾਲ ਮਿਲ ਜਾਂਦੀ ਹੈ। ਉਹਨੂੰ ਵਾਹਿਗੁਰੂ ਮਿਲ ਜਾਂਦਾ ਹੈ, ਦਰਸ਼ਨ ਹੋ ਜਾਂਦੇ ਆ। ਸੋ ਫਿਰ ਜੋ ਦਰਸ਼ਨਾਂ ਤੋਂ ਬਾਅਦ ਦੀ ਖੇਡ ਆ, ਉਹ ਵੀ ਸਾਰੀ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਲਿਖੀ। ਇਹ ਤਾਂ ਸਾਰੀ ਪਹਿਲਾਂ ਦੀ ਸੀ ਨਾ। ਸੋ ਜੀਵ ਕਿਵੇਂ ਚੱਲਦਾ ਹੈ, ਕਿਵੇਂ ਉਹਦਾ ਜਿਹੜਾ ਪਹਿਲਾਂ ਦਾ ਇੱਕ ਰਸਤਾ ਹੁੰਦਾ ਹੈ, ਤੈਅ ਹੁੰਦਾ ਆ। ਸੋ ਦਰਸ਼ਨਾਂ ਤੋਂ ਬਾਅਦ ਉਹ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਹਾਸਲ ਕਰਦਾ ਆ, ਵਾਹਿਗੁਰੂ ਨੂੰ ਮਿਲਦਾ ਆ, ਵਾਹਿਗੁਰੂ ਤੋਂ ਪਿਆਰ ਲੈਂਦਾ ਆ। ਸੁੰਦਰ ਧਿਆਨ ਧਾਰ ਦਿਨ ਰਾਤ ਵਾਹਿਗੁਰੂ ਦੇ ਸੋਹਣੇ ਸਰੂਪ ਦੇ ਵਿੱਚ ਧਿਆਨ ਧਾਰ ਕੇ ਰੱਖਦਾ। ਜਿਵੇਂ ਅਜੇ ਸਾਡੇ ਕੋਲੋਂ ਸਿਮਰਨ ਨਹੀਂ ਨਾ ਹੁੰਦਾ, ਆਪਾਂ ਸਿਮਰਨ ਤੇ ਬੈਠੇ ਵੀ ਹੋਈਏ, ਕਦੀ ਨੀਂਦ ਆ ਗਈ, ਕਦੀ ਕੁਛ। ਇਹ ਕਿਉਂ ਹੁੰਦਾ ਆ? ਅਜੇ ਆਪਾਂ ਸਰੀਰ 'ਚ ਆ, ਸਾਡਾ ਧਿਆਨ ਬਾਹਰ ਆ। ਤੇ ਜਦੋਂ ਵਾਹਿਗੁਰੂ ਆਪ ਆ ਕੇ ਮਿਲ ਜਾਂਦਾ ਨਾ, ਜਦੋਂ ਦਰਸ਼ਨ ਹੋ ਜਾਂਦੇ ਆ, ਉਦੋਂ ਫਿਰ ਕੁਝ ਪਤਾ ਨਹੀਂ ਰਹਿੰਦਾ। ਉਦੋਂ ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਰਹਿੰਦਾ। ਫਿਰ ਕੋਈ ਥਕਾਵਟ ਨਹੀਂ ਆ, ਕੋਈ ਅਕਾਵਟ ਨਹੀਂ ਆ, ਕਦੀ ਸਾਡਾ ਸਿਮਰਨ ਨਹੀਂ ਰੁਕੂਗਾ। ਫਿਰ ਤਾਂ ਇਹੀ ਹੋਊਗਾ ਕਿ ਮੈਂ ਜਿਸ ਵਾਹਿਗੁਰੂ ਨੂੰ ਇੱਕ ਵਾਰੀ ਦੇਖ ਲਿਆ, ਮੈਂ ਬਾਰ-ਬਾਰ ਉਸਨੂੰ ਦੇਖਾਂ, ਬਾਰ-ਬਾਰ ਉਹਦੇ 'ਚ ਧਿਆਨ ਧਰਾਂ। ਫਿਰ ਆਪਣੇ ਆਪ ਹੀ ਦਿਨ-ਰਾਤ ਸਿਮਰਨ ਹੋਊਗਾ। ਜਦੋਂ ਦਰਸ਼ਨ ਹੋ ਜਾਂਦੇ ਆ, ਫਿਰ ਉਹ ਸਿਮਰਨ ਵੀ ਰੁਕਦਾ ਨਹੀਂ ਆ। ਜਦੋਂ ਬਹੁਤ ਬਖਸ਼ਿਸ਼ ਹੋ ਜਾਂਦੀ ਹੈ ਵਾਹਿਗੁਰੂ ਦੀ, ਤਾਂਘ ਅੰਦਰ ਬਹੁਤ ਵੱਧ ਜਾਂਦੀ ਆ, ਵਾਹਿਗੁਰੂ ਆਪ ਆ ਕੇ ਮਿਲ ਜਾਂਦਾ ਹੈ, ਫਿਰ ਜੀਵ ਦਾ ਰੋਮ-ਰੋਮ ਵਾਹਿਗੁਰੂ ਕਰਦਾ ਆ। ਅੰਦਰੋਂ ਵਾਹਿਗੁਰੂ ਦੇ ਨਾਮ ਦੀ ਆਵਾਜ਼ ਆਉਂਦੀ ਆ, ਬਾਹਰੋਂ ਵੀ ਵਾਹਿਗੁਰੂ ਸੁਣਦਾ ਆ, ਬਾਹਰ ਵੀ ਪ੍ਰਕਾਸ਼ ਵਾਹਿਗੁਰੂ ਹੀ ਦਿਸਦਾ ਆ। ਇਹਨਾਂ ਅੱਖਾਂ ਦੇ ਨਾਲ ਜਿੱਥੇ ਸਾਨੂੰ ਪਹਿਲਾਂ ਇਹ ਦੁਨੀਆਦਾਰੀ ਦਿਸਦੀ ਆ, ਜੀਵ ਦਿਸਦੇ ਆ, ਫਿਰ ਇਹਨਾਂ ਅੱਖਾਂ ਦੇ ਨਾਲ ਸਾਰੇ ਪ੍ਰਕਾਸ਼ ਦੇ ਬਣੇ ਹੋਏ ਹੀ ਦਿਸਣਗੇ। ਸਾਰੇ ਤੁਹਾਨੂੰ ਇਹੀ ਲੱਗੂਗਾ ਕਿ ਸਾਰੇ ਹੀ ਵਾਹਿਗੁਰੂ ਆ, ਸਾਰਿਆਂ 'ਚ ਹੀ ਉਸ ਵਾਹਿਗੁਰੂ ਦੀ ਜੋਤ ਆ। ਫਿਰ ਦਿਨ-ਰਾਤ ਉਸ ਸੁੰਦਰ ਵਾਹਿਗੁਰੂ ਦੇ ਵਿੱਚ ਧਿਆਨ ਧਰਿਆ ਰਹਿੰਦਾ ਆ, ਦਿਨ-ਰਾਤ ਸਿਮਰਨ ਹੁੰਦਾ ਆ। ਫਿਰ ਨੀ ਸਿਮਰਨ ਕਰਨ 'ਚ ਕੋਈ ਵੀ ਪ੍ਰੋਬਲਮ ਆਉਂਦੀ। ਜੀ ਪ੍ਰਾਨ ਤੇ ਪਿਆਰਾ ਰਹਾਉ। ਉਹ ਜਿਹੜਾ ਵਾਹਿਗੁਰੂ ਆ, ਵਾਹਿਗੁਰੂ ਤੇਰਾ ਜਿਹੜਾ ਦਰਸ਼ਨ ਆ, ਉਹ ਮੈਨੂੰ ਆਪਣੀ ਜਿੰਦ ਨਾਲੋਂ, ਪ੍ਰਾਣਾਂ ਨਾਲੋਂ ਵੀ ਪਿਆਰਾ ਆ। ਕਿ ਸਾਡਾ ਇੰਨਾ ਪਿਆਰ ਪਿਆ ਆ ਵਾਹਿਗੁਰੂ ਦੇ ਨਾਲ, ਵਾਹਿਗੁਰੂ ਦੇ ਦਰਸ਼ਨਾਂ ਦੇ ਨਾਲ, ਸਾਡੀ ਤਾਂਘ ਇੰਨੀ ਬਣੀ ਹੋਏ ਦਰਸ਼ਨਾਂ ਦੇ ਵਾਸਤੇ। ਜਦੋਂ ਦਰਸ਼ਨ ਹੋ ਜਾਂਦੇ ਆ, ਉਦੋਂ ਤਾਂ ਗੁਰੂ ਪਾਤਸ਼ਾਹ ਜੀ ਇੱਥੋਂ ਜੋ ਵੀ ਸਾਡੇ ਜਨਮ ਮਰਨ ਦੇ ਦੁੱਖ ਆ, ਸਭ ਕੁਝ ਖ਼ਤਮ ਕਰ ਦਿੰਦੇ ਆ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਕਿ ਦਰਸ਼ਨ ਕਰਦਿਆਂ ਹੀ, ਵਾਹਿਗੁਰੂ ਨੂੰ ਮਿਲਦਿਆਂ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਦਰਸ਼ਨ ਦੇਖਤੇ, ਦਰਸ਼ਨ ਦੇਖਦਿਆਂ ਹੀ ਕੋਈ ਸੁੱਧ ਬੁੱਧ ਨਹੀਂ ਰਹਿੰਦੀ। ਫਿਰ ਉਹ ਕੋਈ ਧਿਆਨ ਨਹੀਂ ਰਹਿੰਦਾ, ਕੁਛ ਨਹੀਂ, ਬੰਦੇ ਨੂੰ ਕੁਝ ਪਤਾ ਨਹੀਂ ਰਹਿੰਦਾ ਜਦੋਂ ਉਸਨੂੰ ਵਾਹਿਗੁਰੂ ਆ ਕੇ ਮਿਲ ਜਾਂਦਾ। ਕਿਉਂਕਿ ਵਾਹਿਗੁਰੂ ਹੈ ਹੀ ਇੰਨਾ ਸੋਹਣਾ, ਹੈ ਹੀ ਇੰਨਾ ਪਿਆਰਾ। ਉਹਦੇ ਦਰਸ਼ਨ ਕੀਤਿਆਂ, ਉਹਦਾ ਮਿਲਾਪ ਕੀਤਿਆਂ, ਫਿਰ ਉਹ ਜੀਵ ਆ ਜਿਹੜਾ, ਉਹ ਹੈਰਾਨ ਪਰੇਸ਼ਾਨ ਹੀ ਹੋ ਜਾਂਦਾ ਆ ਕਿ ਉਹਦੇ, ਕਿਉਂਕਿ ਜਿਹੜੀ ਝੂਠੀ ਦੁਨੀਆ 'ਚ ਰਹਿ ਰਿਹਾ ਹੁੰਦਾ ਆ, ਤੇ ਉਹ ਝੂਠੀ ਦੁਨੀਆ ਜਿਵੇਂ ਆਪਾਂ ਦੇਖਦੇ ਹੀ ਆ, ਬਦਲਦੀ ਰਹਿੰਦੀ ਆ, ਇਹਦੇ ਰਸ-ਕਸ ਸਭ ਕੁਛ। ਕਿਸੇ 'ਚੋਂ ਸਕੂਨ ਨਹੀਂ ਮਿਲਦਾ, ਕਿਉਂਕਿ ਜਿਹੜੀ ਜੀਵਾਤਮਾ ਆ ਨਾ, ਉਹਨੂੰ ਚਾਹੀਦਾ ਹੀ ਵਾਹਿਗੁਰੂ ਆ। ਉਹਨੂੰ ਚਾਹੀਦਾ ਹੀ ਉਹ ਵਾਹਿਗੁਰੂ ਆ, ਉਹਨੂੰ ਹੋਰ ਬਾਹਰੋਂ ਕਿਤੋਂ ਸੰਤੁਸ਼ਟੀ ਨਹੀਂ ਮਿਲਦੀ। ਪਰ ਜਦੋਂ ਸਾਨੂੰ ਵਾਹਿਗੁਰੂ ਆ ਕੇ ਮਿਲਦਾ ਆ, ਉਸਦੇ ਦਰਸ਼ਨ ਹੁੰਦੇ ਆ, ਤੇ ਫਿਰ ਤਾਂ ਖੇਡ ਹੀ ਹੋਰ ਹੁੰਦੀ ਆ। ਸੋ ਇਵੇਂ ਹੀ ਜੇ ਆਪਾਂ ਵੀ ਦਰਸ਼ਨਾਂ ਦੇ ਰਾਹ ਤੇ ਚੱਲਣਾ ਆ, ਸਭ ਤੋਂ ਪਹਿਲਾਂ ਕਿ ਸਾਨੂੰ ਉਹ ਅੰਦਰ ਆਪ ਤਾਂਘ ਬਣਾਉਣੀ ਪਊਗੀ, ਆਪ ਸਿਮਰਨ ਕਰਨਾ ਪੈਣਾ, ਆਪ ਅੰਦਰ ਭੁੱਖ ਬਣਾਉਣੀ ਪੈਣੀ ਆ। ਤੇ ਫਿਰ ਦੂਜੀ ਗੱਲ, ਦਰਸ਼ਨ ਹੋਰ ਕੋਈ ਨਹੀਂ ਕਰਵਾ ਸਕਦਾ, ਕੋਈ ਤੁਹਾਨੂੰ ਉੱਥੋਂ ਤੱਕ ਨਹੀਂ ਪਹੁੰਚਾ ਸਕਦਾ। ਸਿਰਫ ਇੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ, ਜਿਨ੍ਹਾਂ ਦੇ ਅੱਗੇ ਆ ਕੇ ਆਪਾਂ ਅਰਦਾਸ ਕਰਨੀ ਆ, ਗੁਰੂ ਪਾਤਸ਼ਾਹ ਜੀ ਨੂੰ ਕਹਿਣਾ ਆ ਕਿ ਗੁਰੂ ਪਾਤਸ਼ਾਹ, ਤੁਸੀਂ ਆਪ ਕਿਰਪਾ ਕਰੋ, ਆਪ ਬਖਸ਼ਿਸ਼ ਕਰਕੇ ਮੈਨੂੰ ਆਪਣੇ ਦਰਸ਼ਨ ਬਖਸ਼ੋ। ਤੇ ਉਹ ਅੱਗੇ ਵਾਹਿਗੁਰੂ ਦੀ ਖੇਡ ਆ, ਉਹਨਾਂ ਨੇ ਕਿਵੇਂ, ਕਿਸ ਤਰੀਕੇ ਦੇ ਨਾਲ ਤੁਹਾਨੂੰ ਆਪਣੇ ਨਾਲ ਮਿਲਾਉਣਾ ਆ, ਫਿਰ ਕਿਵੇਂ-ਕਿਵੇਂ ਤੁਹਾਡੇ ਉਹ ਆਪਣੇ ਨਾਲ ਸੰਜੋਗ ਬਣਾਉਣੇ ਆ,
ਕਿਵੇਂ ਤੁਹਾਨੂੰ ਸੰਗਤ ਮਿਲਾਉਣੀ ਆ, ਕਿਵੇਂ ਸਿਮਰਨ ਕਰਵਾਉਣਾ ਆ, ਉਹ ਸਭ ਕੁਝ ਫਿਰ ਗੁਰੂ ਪਾਤਸ਼ਾਹ ਜੀ ਆਪਣੇ ਆਪ ਹੀ ਕਰਵਾ ਲੈਂਦੇ ਆ। ਤੇ ਇਹ ਭਾਗਾਂ ਤੋਂ ਬਿਨਾਂ ਨਹੀਂ ਹੁੰਦਾ। ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਨ ਬਹਿ ਰੋਏ, ਕਿ ਭਾਗਾਂ ਤੋਂ ਬਿਨਾਂ ਸਾਨੂੰ ਫਿਰ ਦਰਸ਼ਨ ਨਹੀਂ ਹੁੰਦੇ। ਜਿਸ ਤੇ ਬਹੁਤ ਵੱਡੇ ਭਾਗ ਹੋਣ ਨਾ, ਜਿਸ ਤੇ ਗੁਰੂ ਪਾਤਸ਼ਾਹ ਜੀ ਨੇ ਉਹ ਧੁਰੋਂ ਹੀ ਲਿਖਿਆ ਹੋਏ ਕਿ ਸਾਨੂੰ ਵਾਹਿਗੁਰੂ ਮਿਲਣਾ ਆ, ਦਰਸ਼ਨ ਹੋਣੇ ਆ, ਬਸ ਉਹੀ ਮਿਲ ਸਕਦਾ ਆ। ਬਹੁਤ ਵੱਡੇ ਭਾਗਾਂ ਵਾਲਾ ਹੀ ਕੋਈ ਦਰਸ਼ਨ ਪਾ ਸਕਦਾ ਹੈ। ਵਡਭਾਗੀ ਗੌਰ ਦਰਸ਼ਨ ਪਾਇਆ, ਕਿ ਵੱਡੇ ਭਾਗਾਂ ਵਾਲੇ ਨੂੰ ਹੀ ਦਰਸ਼ਨ ਹੁੰਦੇ ਆ, ਜਿਸ ਤੇ ਗੁਰੂ ਪਾਤਸ਼ਾਹ ਜੀ ਉਹੀ ਕਿ ਗੁਰਪ੍ਰਸਾਦ ਖੇਡ ਆ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੀ ਚੱਲਦੀ ਆ। ਇੱਥੇ ਕਿਸੇ ਦਾ ਕੋਈ ਜ਼ੋਰ ਨਹੀਂ ਆ, ਕਿਸੇ ਦਾ ਕੋਈ ਜ਼ੋਰ ਨਹੀਂ ਆ ਕਿ ਤੁਸੀਂ ਹੁਣ ਕਿਸੇ ਨੂੰ ਜਾ ਕੇ ਕਹੋ। ਹਾਂ, ਇੰਨਾ ਆ ਕਿ ਆਪਾਂ ਗੁਰਸਿੱਖਾਂ ਕੋਲੋਂ ਉਹ ਦਰਸ਼ਨਾਂ ਦੀ ਜਿਹੜੇ ਮਿਲੇ ਹੋਏ ਆ, ਉਹਨਾਂ ਤੋਂ ਉਹ ਵਾਹਿਗੁਰੂ ਦੀ ਗੱਲਬਾਤ ਸੁਣ ਕੇ ਸਾਡੇ ਅੰਦਰ ਵੀ ਉਹ ਤਾਂਘ ਪੈਦਾ ਹੋਏ, ਸਾਡੇ ਅੰਦਰ ਪਿਆਰ ਵਧੇ, ਤੇ ਸੰਗਤ ਕੋਲੋਂ ਆਪਾਂ ਅਰਦਾਸ ਕਰਵਾਈਏ, ਜਿਹੜਾ ਮਿਲਿਆ ਉਹ ਤੋਂ ਅਰਦਾਸ ਕਰਵਾਈਏ। ਪਰ ਸਾਨੂੰ ਆਪ ਕੋਈ ਨਹੀਂ ਮਿਲਾ ਸਕਦਾ, ਮਿਲਾਉਣਾ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆ। ਉਹ ਬਹੁਤ ਵੱਡੇ ਆ, ਬਹੁਤ ਸਮਰੱਥ ਆ। ਉਹ ਉਹਨਾਂ ਤੱਕ ਤਾਂ ਕਿਸੇ ਦੀ ਪਹੁੰਚ ਨਹੀਂ ਹੈਗੀ। ਬਸ ਜਦੋਂ ਤਾਂਘ ਪੈਦਾ ਹੋਈ ਨਾ, ਉਹ ਜਿਵੇਂ ਬਬੀਹੇ ਦੇ ਅੰਦਰ ਤਾਂਘ ਹੁੰਦੀ ਆ ਕਿ ਉਹਨੂੰ ਸਵਾਂਤੀ ਬੂੰਦ ਮਿਲੇ, ਉਹਦੇ ਅੰਦਰ ਜਿਹੜੀ ਖਿੱਚ ਹੁੰਦੀ ਉਹ ਤਰਲੇ ਲੈਂਦਾ ਆ ਨਾ, ਫਿਰ ਤਾਂ ਇਵੇਂ ਤਰਲੇ ਲੈਣੇ ਪੈਂਦੇ ਆ ਕਿ ਗੁਰੂ ਪਾਤਸ਼ਾਹ ਮੈਨੂੰ ਆ ਕੇ ਮਿਲੋ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ, ਵਾਹਿਗੁਰੂ ਮੈਨੂੰ ਆਪਣੇ ਆ ਕੇ ਦਰਸ਼ਨ ਦਿਓ, ਕਿ ਮੈਂ ਖੋਜਤ ਦਰਸ਼ਨ ਚਾਹੇ। ਮੈਂ ਵਾਹਿਗੁਰੂ ਨੂੰ, ਮੇਰੇ ਮਨ ਦੇ ਅੰਦਰ ਉਹ ਮਿਲਣ ਦੀ ਬਹੁਤ ਤਾਂਘ ਹੋਏ ਕਿ ਮੈਂ ਖੋਜਾਂ ਫਿਰ ਉਸ ਵਾਹਿਗੁਰੂ ਨੂੰ। ਜਿਵੇਂ ਹੁਣ ਆਪਾਂ ਉਹ ਅਜੇ ਪੈਸੇ ਨੂੰ ਹੀ ਖੋਜਦੇ ਆ ਨਾ, ਪੈਸੇ ਦੇ ਪਿੱਛੇ ਪਏ ਰਹਿੰਦੇ ਦਿਨ ਰਾਤ, ਪੈਸੇ ਦੇ ਪਿੱਛੇ ਇੱਕ ਕਰ ਦਿੰਦੇ ਆ, ਫਿਰ ਨਹੀਂ, ਫਿਰ ਤਾਂ ਸਿਰਫ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਖੋਜ ਹੀ ਰਹਿੰਦੀ ਆ। ਜਿੱਥੇ ਵੀ ਜਾਵਾਂਗੇ ਉੱਥੇ ਬਸ ਇੱਕ ਹੀ ਤਾਂਘ ਲੈ ਕੇ ਜਾਵਾਂਗੇ ਕਿ ਮੈਨੂੰ ਦਰਸ਼ਨ ਹੋਣ, ਦਿਨ ਰਾਤ ਅੰਦਰ ਉਹ ਚਾਅ ਬਣਿਆ ਰਹੂਗਾ। ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਏ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਕਿ ਉਸ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ, ਜਿਵੇਂ ਉਹ ਪਪੀਹੇ ਨੂੰ ਸਵਾਂਤੀ ਬੂੰਦ ਤੋਂ ਬਿਨਾਂ ਉਹਨੂੰ ਉਹ ਸਕੂਨ ਨਹੀਂ ਮਿਲਦਾ, ਇਵੇਂ ਹੀ ਸਾਨੂੰ ਵੀ ਕਦੀ ਸਕੂਨ ਨਹੀਂ ਮਿਲ ਸਕਦਾ। ਹੁਣ ਅਸੀਂ ਪਰੇਸ਼ਾਨ ਕਿਉਂ ਰਹਿੰਦੇ ਆ, ਦੁੱਖਾਂ ਦਰਦਾਂ ਦੇ ਵਿੱਚ ਕਿਉਂ ਰਹਿੰਦੇ ਆ, ਇਹ ਸਭ ਕੁਛ ਕਿਉਂ ਆ ਸਾਡੀ ਜ਼ਿੰਦਗੀ ਦੇ ਵਿੱਚ? ਅਸੀਂ ਅੰਦਰੋਂ ਹਰ ਵੇਲੇ ਟਿਕੇ ਕਿਉਂ ਨਹੀਂ ਰਹਿੰਦੇ, ਸਹਿਜ ਕਿਉਂ ਨਹੀਂ ਆ, ਸੁਭਾਅ ਸਾਡਾ ਉਹ ਵਾਹਿਗੁਰੂ ਵਰਗਾ ਕਿਉਂ ਨਹੀਂ ਆ? ਕਿਉਂਕਿ ਅਜੇ ਉਹ ਕਮੀਆਂ ਆ, ਸਾਡੀ ਜੀਵਾਤਮਾ ਨੂੰ ਅਜੇ ਉਹ ਛੋਹ ਪ੍ਰਾਪਤ ਹੀ ਨਹੀਂ ਹੋਈ, ਅਜੇ ਉਹਦੀ ਉਹ ਭੁੱਖ ਮਿਟੀ ਨਹੀਂ, ਅਜੇ ਉਹ ਬਸ ਤੜਫ ਹੀ ਰਹੀ ਆ। ਤੇ ਜੇ ਆਪਾਂ ਇਹਨੂੰ ਅਜੇ ਬਾਹਰ ਹੀ ਭਟਕਾਈ ਜਾਵਾਂਗੇ ਤੇ ਬਾਹਰ ਜਿਹੜੀ ਭਟਕਣਾ ਆ ਉਹਦਾ ਕੋਈ ਅੰਤ ਨਹੀਂ ਹੈਗਾ। ਜਿੰਨਾ ਮਰਜ਼ੀ ਭਟਕੀ ਜਾਓ ਤੇ ਬਾਹਰੋਂ ਕੁਛ ਨਹੀਂ ਮਿਲਣਾ, ਜੋ ਕੁਛ ਵੀ ਆ ਉਹ ਤੁਹਾਡੇ ਅੰਦਰ ਆ। ਉਹ ਸਾਡੇ ਦਸਮ ਦੁਆਰ ਦੇ ਵਿੱਚ ਆ ਉਹ ਵਾਹਿਗੁਰੂ, ਸਭ ਕੁਝ ਸਾਡੇ ਅੰਦਰ ਆ। ਜਿਹੜਾ ਅੰਮ੍ਰਿਤ ਰਸ ਆਉਂਦਾ ਆ ਉਹ ਵੀ ਸਾਨੂੰ ਅੰਦਰੋਂ ਹੀ ਆਉਂਦਾ ਆ, ਸਾਨੂੰ ਅਨਹਦ ਸੁਣਦਾ ਆ, ਅੰਦਰੋਂ ਹੀ ਸੁਣਦਾ ਆ। ਪ੍ਰਕਾਸ਼ ਹੁੰਦਾ ਆ, ਅੰਦਰੋਂ ਹੀ ਹੁੰਦਾ ਆ। ਦਰਸ਼ਨ ਹੁੰਦੇ ਉਹ ਵੀ ਅੰਦਰੋਂ ਹੀ ਹੁੰਦੇ ਆ। ਸੱਚਖੰਡ ਜਾਂਦੇ ਆ ਉਹ ਵੀ ਸਾਡੀ ਜੀਵਾਤਮਾ ਹੀ ਜਾਂਦੀ ਆ, ਸਰੀਰ ਦਾ ਤਾਂ ਵਿੱਚ ਕੋਈ ਰੋਲ ਨਹੀਂ ਆ। ਬਸ ਇਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੱਕ, ਕਹਿ ਲਓ ਕਿ ਸਾਡੀ ਜੀਵਾਤਮਾ ਦੇ ਰਹਿਣ ਲਈ ਘਰ ਦਿੱਤਾ ਆ, ਕਿ ਜਿਹਦੇ ਵਿੱਚ ਰਹਿ ਕੇ ਅਸੀਂ ਵਾਹਿਗੁਰੂ ਨੂੰ ਮਿਲ ਸਕਦੇ ਹਾਂ। ਬਾਕੀ ਸਰੀਰ ਵੀ ਹੈਗੇ ਆ, ਹੁਣ ਆਪਾਂ ਕੁੱਤੇ, ਸੱਪ, ਸੂਰ ਜਾਂ ਹੋਰ ਵੀ ਪਸ਼ੂ ਦੇਖਦੇ ਹੀ ਆ। ਕੋਈ ਸਿਮਰਨ ਕਰ ਸਕਦਾ ਹੈ, ਅੰਮ੍ਰਿਤ ਦੀ ਦਾਤ ਲੈ ਸਕਦਾ, ਦਰਸ਼ਨ ਕਰ ਸਕਦਾ? ਨਹੀਂ, ਸਿਰਫ ਇਹ ਮਨੁੱਖਾ ਦੇਹੀ ਆ, ਸਿਰਫ ਇਹੀ ਆ। ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਇਹਨੇ ਸਾਨੂੰ ਬਾਰ-ਬਾਰ ਨਹੀਂ ਮਿਲਣਾ, ਇਹ ਬਹੁਤ ਕੀਮਤੀ ਆ। ਤੇ ਇਸ ਦੀ ਕੀਮਤ ਨੂੰ ਸਮਝ ਕੇ ਜਿਹੜੇ ਕੰਮ ਲਈ ਸਾਨੂੰ ਇਹ ਮਿਲਿਆ ਹੈ ਨਾ, ਦਰਸ਼ਨਾਂ ਦੇ ਲਈ, ਫਿਰ ਆਪਾਂ ਉਹ ਦਰਸ਼ਨਾਂ ਦੀ ਅੰਦਰ ਤਾਂਘ ਬਣਾਈਏ। ਇਹ ਅਜੇ ਨਹੀਂ ਸਾਡੇ ਬਣਦੀ, ਕਿਉਂਕਿ ਅਜੇ ਅਸੀਂ ਬਾਹਰ ਬਹੁਤ ਵਿਅਸਤ ਹਾਂ, ਬਹੁਤ ਵਿਅਸਤ ਹਾਂ। ਅਮਲ ਗਲੋਲਾ ਕੂੜਕਾ, ਦਿੱਤਾ ਦੇਵਨ ਹਾਰ, ਮੱਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ।
ਕਿ ਇਹ 4 ਦਿਨਾਂ ਦੀ ਉਹ ਐਸ਼-ਪ੍ਰਸਤੀ ਦੇ ਲਈ ਉਹ ਜਿਵੇਂ ਸਾਨੂੰ ਉਹ ਅਫੀਮ ਦਾ ਗੋਲਾ ਵਾਹਿਗੁਰੂ ਨੇ ਦਿੱਤਾ ਹੋਇਆ ਆ ਨਾ, ਕਿ ਉਹ ਖਾ ਕੇ ਬੰਦਾ ਇੰਨਾ ਮਸਤ ਹੋ ਗਿਆ ਜਿਵੇਂ ਨਸ਼ਾ ਕਰਕੇ ਹੋ ਜਾਂਦਾ ਹੈ ਕਿ ਇਹਨੂੰ ਰੱਬ ਦੀ ਸਮਝ ਹੀ ਨਹੀਂ ਰਹੀ। ਪਰ ਅਸੀਂ ਆਏ ਤਾਂ ਵਾਹਿਗੁਰੂ ਨੂੰ ਮਿਲਣ ਲਈ ਹੈ ਨਾ, ਵਿਅਸਤ ਜਿੱਥੇ ਮਰਜ਼ੀ ਹੁੰਦੇ ਰਹੀਏ। ਕਿੰਨੀਆਂ ਚੀਜ਼ਾਂ ਆ, ਕਿੰਨਾ ਪਸਾਰਾ ਆ, ਕਿੰਨਾ ਖਿਲਾਰਾ ਆ, ਇਹ ਸਾਨੂੰ ਸਭ ਭਟਕਾਉਣ ਲਈ ਆ, ਸਾਡਾ ਧਿਆਨ ਭਟਕਾਉਣ ਲਈ ਆ। ਬਸ ਜਦੋਂ ਗੁਰੂ ਪਾਤਸ਼ਾਹ ਜੀ ਨੇ ਅੰਦਰੋਂ ਕਿਰਪਾ ਕਰ ਦਿੱਤੀ, ਆਪਣੀ ਗੁਰਪ੍ਰਸਾਦ ਖੇਡ ਵਰਤਾ ਦਿੱਤੀ, ਬਖਸ਼ਿਸ਼ ਕਰ ਦਿੱਤੀ, ਬਾਣੀ ਦੇ ਰਾਹੀਂ ਸਮਝਾ ਦਿੱਤਾ, ਸੰਗਤ ਚੋਂ ਸਮਝਾ ਦਿੱਤਾ, ਅੰਦਰੋਂ ਸਾਨੂੰ ਉਹ ਗੁਣ ਮਿਲਣੇ ਸ਼ੁਰੂ ਹੋ ਗਏ, ਸਾਡਾ ਮਨ ਟਿਕਣਾ ਸ਼ੁਰੂ ਹੋ ਗਿਆ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਤੇ ਫਿਰ ਹੌਲੀ-ਹੌਲੀ ਉਹ ਅੰਦਰ ਆ ਜਿਹੜਾ ਉਹ ਸੱਚ ਦੇ ਨਾਲ ਜੁੜਨਾ ਸ਼ੁਰੂ ਹੋ ਜਾਊਗਾ। ਸੱਚ ਮਿਲਿਆ 3 ਸੋਫੀਆਂ ਰਾਖਣ ਕੋ ਦਰਬਾਰ, ਕਿ ਸੱਚ ਉਹਨਾਂ ਸੋਫੀਆਂ ਨੂੰ ਹੀ ਮਿਲਦਾ ਆ। ਸੋਫੀ ਜਿਹੜੇ ਇਸ ਮਾਇਆ ਦਾ ਕੋਈ ਨਸ਼ਾ ਨਹੀਂ ਕਰਦੇ, ਕਿ ਜਿਨ੍ਹਾਂ ਦੇ ਅੰਦਰ ਫਿਰ ਮਾਇਆ ਦੀ ਕੋਈ ਭੁੱਖ ਨਹੀਂ ਰਹਿੰਦੀ, ਜਿਹਦੇ ਅੰਦਰੋਂ ਫਿਰ ਪਦਾਰਥਾਂ ਦੀ ਭੁੱਖ ਖਤਮ ਹੋ ਜਾਂਦੀ ਆ ਨਾ, ਜਿਹੜਾ ਅਜੇ ਪਦਾਰਥਾਂ 'ਚ ਫਸਿਆ ਆ, ਉਹ ਦਰਸ਼ਨ ਕਿੱਥੇ ਮੰਗੂਗਾ? ਉਹ ਨਹੀਂ ਮੰਗ ਸਕਦਾ, ਉਹਦਾ ਨਹੀਂ ਧਿਆਨ ਜਾ ਸਕਦਾ। ਜਿਹੜਾ ਸੋਫੀ ਹੋਇਆ, ਜਿਹੜਾ ਇਸ ਮਾਇਆ ਦੇ ਉਹ ਨਸ਼ੇ ਤੋਂ ਬਚ ਗਿਆ, ਇਸ ਚੋਂ ਨਿਕਲ ਗਿਆ, ਉਹੀ ਦਰਬਾਰ ਦੇ ਵਿੱਚ ਉਸ ਦੀ ਹੀ ਪੁੱਛ-ਗਿੱਛ ਹੁੰਦੀ ਹੈ ਤੇ ਉਹੀ ਫਿਰ ਉਸ ਦਰਬਾਰ ਦੇ ਵਿੱਚ ਆਪਣੀ ਉਹ ਅਰਜ਼ੀ ਲਗਾਉਂਦਾ ਹੈ ਦਰਸ਼ਨਾਂ ਦੀ ਕਿ ਵਾਹਿਗੁਰੂ ਮੈਨੂੰ ਮਿਲੋ। ਫਿਰ ਉਹੀ ਇਸ ਰਾਹ ਤੇ ਚੱਲਦਾ ਆ, ਨਹੀਂ ਤਾਂ ਨਹੀਂ ਚੱਲ ਹੁੰਦਾ। ਸੁੰਦਰ ਧਿਆਨ ਤਾਰ ਦਿਨ ਰਾਣੀ, ਜੀ ਪ੍ਰਾਣ ਕੇ ਪਿਆਰਾ ਰਹਾਓ, ਕਿ ਹੇ ਜਿੰਦ ਤੋਂ ਮੇਰੀ ਜਿੰਦ ਤੋਂ ਵੀ ਪ੍ਰਾਣਾਂ ਤੋਂ ਵੀ ਪਿਆਰੇ ਵਾਹਿਗੁਰੂ, ਮੇਰੇ ਤੇ ਕਿਰਪਾ ਕਰੋ ਕਿ ਦਿਨ ਰਾਤ ਸਿਮਰਨ ਕਰਵਾਓ, ਧਿਆਨ ਧਰੋ ਤੇ ਮੈਨੂੰ ਦਿਨ ਰਾਤ ਤੁਹਾਡਾ ਦਰਸ਼ਨ ਹੋਏ। ਮੈਨੂੰ ਜਿਹੜੇ ਦਰਸ਼ਨ ਆ, ਮੈਨੂੰ ਆਪਣੀ ਜਿੰਦ ਜਾਨ ਤੋਂ ਵੀ ਪਿਆਰੇ ਆ। ਰਹਾਓ ਸ਼ਾਸਤਰ ਵੇਦ ਪੁਰਾਨ ਅਵਲੋਕੇ, ਸਿਮਰਤ ਤਤ ਵਿਚਾਰਾ, ਕਹਿੰਦੇ ਹੇ ਦੀਨਾਂ ਦੇ ਨਾਥ। ਦੀਨਾਂ ਦੇ ਨਾਥ ਮਤਲਬ ਜੋ ਗਰੀਬਾਂ ਦਾ ਰਾਖਾ ਹੁੰਦਾ ਆ। ਮੇਰੀ ਜਿੰਦ ਦੇ ਮਾਲਕ ਵਾਹਿਗੁਰੂ, ਸਰਬ ਵਿਆਪਕ ਵਾਹਿਗੁਰੂ, ਮੈਂ ਸ਼ਾਸਤਰ, ਵੇਦ, ਪੁਰਾਣ ਸਾਰੇ ਪੜ੍ਹ ਕੇ ਵੇਖ ਚੁੱਕਾ ਆ ਕਿ ਮੈਂ ਸਿਮਰਤੀਆਂ ਦਾ ਵੀ ਤੱਤ ਵਿਚਾਰ ਕਰਕੇ ਦੇਖ ਲਿਆ ਆ। ਹੁਣ ਦੁਨੀਆ ਤੇ ਵੀ ਬੜੇ ਤਰ੍ਹਾਂ ਦੀ ਉਹ ਰੱਬ ਦੀ ਸਿੱਖਿਆ ਆ, ਵਿਦਵਤਾ ਦਾ ਬਹੁਤ ਬੋਲਬਾਲਾ ਆ, ਹੋਰ ਵੀ ਬਹੁਤ ਫਿਲਾਸਫੀਆਂ ਆ, ਬਹੁਤ ਤਰੀਕੇ ਆ ਕਿ ਅਸੀਂ ਇਵੇਂ ਰੱਬ ਨੂੰ ਮਿਲ ਸਕਦੇ ਹਾਂ, ਇਵੇਂ ਉਸ ਦੀ ਪ੍ਰਾਪਤੀ ਹੁੰਦੀ ਆ, ਇਸ ਤਰੀਕੇ ਦੇ ਨਾਲ ਹੁੰਦੀ ਆ। ਪਰ ਉਹ ਜਿਹੜਾ ਵਾਹਿਗੁਰੂ ਆ ਨਾ, ਉਹ ਇੱਕ ਹੀ ਆ, ਉਹਦਾ ਰਾਹ ਵੀ ਇੱਕ ਹੀ ਆ, ਉਹਦੇ ਅਸੂਲ ਵੀ ਇੱਕ ਹੀ ਆ। ਉਹਦੇ ਰਾਹ ਦੇ ਵਿੱਚ ਕੋਈ ਬਹੁਤਾ ਇਹ ਨਹੀਂ ਆ ਕਿ ਬਹੁਤ ਕਨਫਿਊਜ਼ਨ ਹੋਏ, ਨਹੀਂ ਸਿੱਧਾ ਜਿਹਾ ਰਾਹ ਆ। ਕਨਫਿਊਜ਼ਨਾਂ ਸਿਰਫ ਸਾਡੀਆਂ ਬੰਦਿਆਂ ਦੀਆਂ ਬਣਾਈਆਂ ਹੋਈਆਂ ਆ। ਵਾਹਿਗੁਰੂ ਨੂੰ ਤਾਂ ਬਸ ਉਹਦੇ ਵਰਗੇ ਉਹਦੇ ਅਸੂਲਾਂ ਨੂੰ ਮੰਨ ਕੇ ਉਹਨੂੰ ਧਿਆਉਂਦੇ ਜਾਣਾ ਆ ਤੇ ਉਹਨੇ ਮਿਲ ਜਾਣਾ ਆ। ਬਾਕੀ ਜੋ ਸਭ ਕੁਛ ਆ ਕਰਮ-ਕਾਂਡ ਹੋ ਗਏ ਜਾਂ ਜਿੰਨਾ ਵੀ ਕੁਝ ਇੰਨਾ ਖਿਲਾਰਾ ਆ, ਉਹ ਸਭ ਕੁਝ ਸਾਡਾ ਆਪਣਾ ਹੀ ਬਣਾਇਆ ਹੋਇਆ ਆ। ਤੇ ਹੁਣ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਵੀ ਉਹ ਵੀ ਉਹ ਕਿਹੜਾ ਰੱਬ ਨੇ ਲਿਖੇ ਆ। ਉਹਨਾਂ ਵਿੱਚ ਵੀ ਉਹਨਾਂ ਦੀ ਤੱਤ ਵਿਚਾਰ ਦੇ ਵਿੱਚ ਵੀ ਉਹ ਚੋਂ ਸਾਨੂੰ ਕੀ ਮਿਲ ਜਾਣਾ ਆ। ਤੇ ਜਿਹੜੀ ਅਸਲੀ ਤੱਤ ਵਿਚਾਰ ਆ ਨਾ, ਭਾਵੇਂ ਉਹ ਜਿੱਥੋਂ ਮਰਜ਼ੀ ਲੈ ਲਈਏ ਵੇਦਾਂ ਪੁਰਾਣਾਂ ਚੋਂ, ਗੱਲ ਜਿੱਥੇ ਵਾਹਿਗੁਰੂ ਨੂੰ ਮਿਲਣ ਦੀ ਕੀਤੀ ਗਈ ਆ, ਸੋ ਵਾਹਿਗੁਰੂ ਨੂੰ ਤਾਂ ਮਿਲਣਾ ਹੀ ਆ, ਉਹਦੇ ਦਰਸ਼ਨ ਤਾਂ ਕਰਨੇ ਹੀ ਆ। ਪਰ ਰਾਹ ਆ ਜਿਹੜਾ ਉਹ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ। ਜਿਵੇਂ ਹੁਣ ਆਪਾਂ ਬਾਣੀ ਨੂੰ ਵਿਚਾਰ ਕੇ ਦੇਖ ਲਈਏ ਤੇ ਬਾਣੀ ਕਿਸ ਚੀਜ਼ ਦੀ ਗੱਲ ਕਰਦੀ ਆ। ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ। ਵਾਹ ਵਾਹ, ਬਾਣੀ ਨਿਰੰਕਾਰ ਹੈ, ਬਾਣੀ ਤਾਂ ਗੁਰੂ ਆ, ਬਾਣੀ ਤਾਂ ਆਪ ਰੱਬ ਆ। ਸੋ ਜਿਹੜਾ ਸਾਨੂੰ ਉਹ ਸੱਚ ਦੇ ਰਾਹ ਤੇ ਚਲਾਉਂਦਾ ਆ, ਸਾਡੇ ਰਸਤੇ ਚੋਂ ਅਗਿਆਨਤਾ ਦਾ ਹਨੇਰਾ ਖਤਮ ਕਰਕੇ ਗਿਆਨ ਦਿੰਦਾ ਆ, ਰੱਬ ਦੇ ਰਾਹ ਤੇ ਚੱਲਣ ਦਾ, ਉਹ ਗਿਆਨ ਸਾਨੂੰ ਕੀ ਕਹਿੰਦਾ ਆ? ਸਿਰਫ ਦਰਸ਼ਨਾਂ ਦੀ ਗੱਲ ਹੀ ਕਰਦਾ ਆ। ਹੁਣ ਬਾਣੀ ਨੂੰ ਆਪਾਂ ਜਿੱਥੋਂ ਵੀ ਪੜ੍ਹਦੇ ਹਾਂ, ਰੱਬ ਦੇ ਮਿਲਾਪ ਦੀ ਹੀ ਗੱਲ ਕੀਤੀ ਗਈ ਹੈ। ਦੀਨਾਨਾਥ ਪ੍ਰਾਨਪਤ ਪੂਰਨ, ਭਵਜਲ ਉਦਰਨਹਾਰਾ, ਤੇ ਦੀਨਾਂ ਦੇ ਨਾਥ, ਮੇਰੀ ਜਿੰਦ ਦੇ ਪੂਰਨ ਮਾਲਕ ਵਾਹਿਗੁਰੂ, ਸਿਰਫ ਤੂੰ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦੀ ਤਾਕਤ ਰੱਖਦਾ ਆ। ਸਿਰਫ ਇਹੀ ਆ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਜਿਹੜੇ ਸਾਨੂੰ
ਸਾਡੇ ਤੇ ਕਿਰਪਾ ਕਰਕੇ, ਸਾਡੇ ਦੀਨਾਂ ਤੇ, ਗਰੀਬਾਂ ਤੇ ਕਿਰਪਾ ਕਰਕੇ, ਸਾਡੇ ਜੋ ਪ੍ਰਾਣਾਂ ਦੇ ਆਸਰੇ ਆ, ਸਿਰਫ਼ ਉਹੀ ਸਾਨੂੰ ਇਸ ਸੰਸਾਰ ਸਮੁੰਦਰ 'ਚੋਂ ਪਾਰ ਲੰਘਾ ਸਕਦੇ ਆ। ਹੁਣ ਸੰਸਾਰ ਸਮੁੰਦਰ ਤੋਂ, ਵਿਕਾਰਾਂ ਤੋਂ, ਇਹਨਾਂ ਸਭ ਤੋਂ ਪਾਰ ਲੰਘਾਂਗੇ ਤੇ ਦਰਸ਼ਨ ਹੋਣਗੇ। ਵਿਕਾਰਾਂ ਵਿੱਚ ਰੁੱਝਿਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਸਾੜਾ, ਵਿਤਕਰਾ, ਨਿੰਦਿਆ, ਚੁਗਲੀ ਇਹਨਾਂ ਸਭ ਦੇ ਵਿੱਚ ਰਿਹਾ ਤਾਂ ਦਰਸ਼ਨ ਨਹੀਂ ਹੁੰਦੇ। ਇਵੇਂ ਤਾਂ ਰੱਬ ਨੂੰ ਨਹੀਂ ਮਿਲਿਆ ਜਾਂਦਾ। ਰੱਬ ਤਾਂ ਬਹੁਤ ਉੱਚਾ ਆ। ਰੱਬ ਤਾਂ ਸਭ ਨੂੰ ਪਿਆਰ ਕਰਦਾ ਆ। ਉਹ ਦੈਵੀ ਗੁਣਾਂ ਦਾ ਧਾਰਨੀ ਆ। ਤੇ ਜੇ ਸਾਡੇ ਅੰਦਰ ਔਗੁਣ ਆ ਜਾਏ ਤੇ ਆਪਾਂ ਕਿਵੇਂ ਮਿਲ ਸਕਦੇ ਹਾਂ? ਸਾਨੂੰ ਆਪਣੇ ਆਪ ਨੂੰ ਉਸ ਵਾਹਿਗੁਰੂ ਵਰਗੇ ਬਣਾਉਣਾ ਪੈਣਾ ਆ ਜੇ ਆਪਾਂ ਦਰਸ਼ਨ ਕਰਨੇ ਆ ਤਾਂ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਦੋਂ ਵਾਹਿਗੁਰੂ ਮਿਲ ਜਾਂਦਾ ਆ, ਫਿਰ ਉਹ ਸਾਡੇ ਅੰਦਰੋਂ ਹਰ ਤਰ੍ਹਾਂ ਦੀ ਜਲਨ ਸਭ ਕੁਛ ਆਪਣੇ ਆਪ ਪੱਕੇ ਤੌਰ ਤੇ ਮਿਟਾ ਦਿੰਦਾ ਆ। ਤੇ ਇਸ ਕਰਕੇ ਸਾਨੂੰ ਵੀ ਹਮੇਸ਼ਾ ਅੰਦਰੋਂ ਉਹ ਦਰਸ਼ਨਾਂ ਦੀ ਤਾਂਘ ਰੱਖਣੀ ਚਾਹੀਦੀ ਆ ਕਿ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ। ਮੈਂ ਚਾਹੁੰਦਾ ਆ ਮੇਰੇ ਦੁੱਖ ਖਤਮ ਹੋਣ। ਮੈਂ ਚਾਹੁੰਦਾ ਆ ਮੈਂ ਸਭ ਕਿਸੇ ਤੋਂ ਪਾਰ ਲੰਘਾਂ। ਤੇ ਉਹਦੇ ਲਈ ਫਿਰ ਉਹ ਜਦੋਂ ਵਾਹਿਗੁਰੂ ਮਿਲੂਗਾ ਨਾ, ਉਹ ਸਭ ਅੰਦਰੋਂ ਸੰਤੋਖ, ਅੰਦਰੋਂ ਸ਼ਾਂਤੀ, ਸੁੱਖ, ਦੁੱਖ ਸਭ ਨਿਕਲ ਜਾਣ ਸਾਡੇ ਜੀਵਨ ਦੇ ਵਿੱਚੋਂ। ਉਹ ਸਭ ਕੁਝ ਉਦੋਂ ਹੀ ਪੋਸੀਬਲ ਆ ਜਦੋਂ ਵਾਹਿਗੁਰੂ ਮਿਲਿਆ। ਉਸ ਤੋਂ ਥੱਲੇ ਇਹ ਚੀਜ਼ਾਂ ਪੋਸੀਬਲ ਨਹੀਂ ਆ। ਜਦੋਂ ਵਾਹਿਗੁਰੂ ਮਿਲਦਾ ਹੈ ਨਾ, ਉਹੀ ਸਾਡਾ ਸਭ ਕੁਝ ਖਤਮ ਕਰ ਸਕਦਾ ਆ। ਨਹੀਂ ਤਾਂ ਇਹ ਸਭ ਕੁਝ ਵਿਕਾਰ, ਦੁੱਖ ਸੁੱਖ ਇਹਨਾਂ ਤੋਂ ਬੰਦੇ ਤੋਂ ਉੱਪਰ ਨਹੀਂ ਉੱਠ ਹੁੰਦਾ। ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ। ਦਰਸ਼ਨ ਦੇਖ ਭਈ ਮਤ ਪੂਰੀ। ਉਦੋਂ ਤਾਂ ਫਿਰ ਮਤ ਜਿਹੜੀ ਪੂਰੀ ਹੋ ਜਾਂਦੀ ਆ, ਮਤਲਬ ਫਿਰ ਬੰਦੇ ਨੂੰ ਕਹਿ ਲਓ ਕਿ ਮੱਤ ਆ ਜਾਂਦੀ, ਅਕਲ ਆ ਜਾਂਦੀ ਆ। ਹਰ ਸਹੀ ਗੱਲ ਦੀ ਸਮਝ ਪੈ ਜਾਂਦੀ ਹੈ। ਸਾਰੇ ਦੁੱਖ ਅੰਦਰੋਂ ਖਤਮ ਹੋ ਜਾਂਦੇ ਆ। ਤੇ ਇਵੇਂ ਦੇ ਦਰਸ਼ਨਾਂ ਤੋਂ ਤੇ ਮੈਂ ਆਪਣਾ ਆਪ ਵਾਰਦਾ ਹਾਂ, ਗੁਰ ਜੀ ਕੇ ਦਰਸ਼ਨ ਕੋ ਬਲ ਜਾਓ, ਕਿ ਮੈਂ ਆਪਣੇ ਗੁਰੂ ਦੇ ਇਵੇਂ ਦੇ ਦਰਸ਼ਨਾਂ ਤੋਂ ਮੈਂ ਆਪਣੇ ਆਪ ਨੂੰ ਵਾਰਦਾ ਹਾਂ। ਜਦੋਂ ਦਰਸ਼ਨ ਹੋ ਜਾਂਦੇ ਆ, ਫਿਰ ਜੀਵ ਉਹਨਾਂ ਦਰਸ਼ਨਾਂ 'ਚੋਂ ਇੰਨਾ ਰਸ, ਇੰਨਾ ਆਨੰਦ ਪ੍ਰਾਪਤ ਕਰ ਲੈਂਦਾ ਆ। ਫਿਰ ਉਹ ਬਾਰ-ਬਾਰ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਰੱਖਦਾ ਆ। ਉਹਨੂੰ ਹੁੰਦਾ ਹੈ ਕਿ ਮੈਂ ਫਿਰ ਵਾਹਿਗੁਰੂ ਕੋਲ ਹੀ ਰਵਾਂ। ਕਿ ਜਦੋਂ ਉਸਨੂੰ ਸਭ ਤੋਂ ਸਿਰੇ ਦੀ ਚੀਜ਼ ਮਿਲ ਜਾਂਦੀ ਆ, ਫਿਰ ਉਹ ਥੱਲੜੀਆਂ ਚੀਜ਼ਾਂ ਵੱਲ ਥੋੜ੍ਹਾ ਦੇਖੂਗਾ। ਫਿਰ ਉਹਦਾ ਦੁਨੀਆਦਾਰੀ ਵੱਲ ਧਿਆਨ ਦੇਣ ਨੂੰ ਮਨ ਨਹੀਂ ਕਰਦਾ। ਫਿਰ ਉਹ ਇਹਨਾਂ ਚੀਜ਼ਾਂ ਤੋਂ ਕਿਤੇ ਉੱਪਰ ਉੱਠ ਜਾਂਦਾ ਆ। ਫਿਰ ਉਹ ਹਮੇਸ਼ਾ ਵਾਹਿਗੁਰੂ ਦੇ ਦਰਸ਼ਨਾਂ 'ਚ ਹੀ ਜਿੰਦਾ ਆ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਕਿ ਉਹ ਵਾਹਿਗੁਰੂ ਦਾ ਦਰਸ਼ਨ ਦੇਖ ਦੇਖ ਕੇ ਹੀ ਜਿੰਦਾ ਆ। ਉਸਦੇ ਅੰਦਰੋਂ ਹਉਮੈ ਖਤਮ ਕਰ ਦਿੰਦੇ ਆ, ਬਾਕੀ ਦੇ ਵਿਕਾਰ ਖਤਮ ਕਰ ਦਿੰਦੇ ਆ। ਗੁਰੂ ਪਾਤਸ਼ਾਹ ਜੀ ਉਹਨੂੰ ਬਹੁਤ ਪਵਿੱਤਰ ਕਰ ਦਿੰਦੇ ਆ। ਦਰਸ਼ਨ ਭੇਟਤ ਹੋਤ ਨਿਹਾਲ, ਸਫਲ ਦਰਸ਼ਨ ਪੇਖਤ ਪੁਨੀਤ। ਕਿ ਵਾਹਿਗੁਰੂ ਦੇ ਦਰਸ਼ਨ ਉਹ ਤਾਂ ਸਫਲੇ ਆ, ਸਭ ਕੁਛ ਦੇ ਦਿੰਦੇ ਆ। ਉਹ ਵਾਹਿਗੁਰੂ ਨੂੰ ਦੇਖਦਿਆਂ ਹੀ ਸਾਡਾ ਮਨ ਪਵਿੱਤਰ ਹੋ ਜਾਂਦਾ ਹੈ, ਸਾਡਾ ਤਨ ਪਵਿੱਤਰ ਹੋ ਜਾਂਦਾ ਆ। ਵਾਹਿਗੁਰੂ ਦੇ ਦਰਸ਼ਨ ਹੀ ਸੱਚ ਆ। ਦਰਸ਼ਨ ਸੱਚ ਸਤ ਪੇਖਨਹਾਰ, ਸਫਲ ਦਰਸ਼ਨ ਸੁੰਦਰ ਹਰ ਰੂਪ। ਵਾਹਿਗੁਰੂ ਦੇ ਦਰਸ਼ਨ ਉਹ ਸਫਲੇ ਆ, ਸਾਡਾ ਜੀਵਨ ਸਫਲਿਆਂ ਕਰ ਦਿੰਦੇ ਆ। ਮਤਲਬ ਸਾਨੂੰ ਸਭ ਕੁਝ ਮਿਲ ਜਾਂਦਾ ਹੈ ਜਦੋਂ ਸਾਨੂੰ ਵਾਹਿਗੁਰੂ ਮਿਲ ਜਾਂਦਾ ਆ। ਅੰਦਰੋਂ ਹੰਕਾਰ, ਹਉਮੈ ਸਭ ਵਿਕਾਰ ਭਰਿਆ ਜਗ, ਭਰਿਆ ਜਹਾਨ, ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਕਿ ਫਿਰ ਸਾਡੇ ਅੰਦਰੋਂ ਹਰ ਤਰ੍ਹਾਂ ਦਾ ਹੰਕਾਰ, ਹਉਮੈ ਸਭ ਕੁਛ ਖਤਮ ਹੋ ਜਾਂਦਾ ਹੈ ਜਦੋਂ ਗੁਰੂ ਪਾਤਸ਼ਾਹ ਜੀ ਆਪਣੀ ਕਿਰਪਾ ਕਰਕੇ। ਬਸ ਇਹ ਕਿਰਪਾ ਕਦੋਂ ਹੋਣੀ ਹੈ? ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਚਾਹਿਆ। ਜਦੋਂ ਇਹਨਾਂ ਨੇ ਚਾਹਿਆ ਉਦੋਂ ਹੀ ਦਰਸ਼ਨ ਹੋਣੇ ਆ, ਉਸ ਤੋਂ ਪਹਿਲਾਂ ਨਹੀਂ ਹੋ ਸਕਦੇ। ਤੇ ਉਹਦੇ ਲਈ ਫਿਰ ਸਾਨੂੰ ਜਿਹੜੀ ਤਾਂਘ ਆ, ਉਹ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬਣਾਉਣੀ ਚਾਹੀਦੀ ਹੈ। ਇਹਨਾਂ ਅੱਗੇ ਪੱਲਾ ਪਾ ਕੇ ਆ ਕੇ ਅਰਦਾਸ ਕਰੀਏ, ਗੁਰੂ ਪਾਤਸ਼ਾਹ ਹੁਣ ਸਾਨੂੰ ਇਹ ਦਾਤ ਦਿਓ। ਹੁਣ ਦੁਨਿਆਵੀ ਪਦਾਰਥ ਤੇ ਆਪਾਂ ਕਦੋਂ ਦੇ ਮੰਗਦੇ ਆ, ਉਹ ਮਿਲਦੇ ਹੀ ਜਾਣੇ ਆ। ਪਰ ਗੱਲ ਇਹ ਆ ਕਿ ਇੱਥੇ ਹੀ ਰਹਿ ਜਾਣਾ ਆ ਸਭ ਕੁਛ। ਕਿੰਨੇ ਕੁ ਮੰਗ ਲਵਾਂਗੇ? ਵਾਹਿਗੁਰੂ ਦੇ ਘਰ 'ਚ ਤੇ ਕੋਈ ਘਾਟ ਨਹੀਂ ਹੈ। ਵਾਹਿਗੁਰੂ ਨੇ ਤੇ ਦਿੰਦੇ ਹੀ ਜਾਣਾ ਆ। ਉਹਨੇ ਤਾਂ ਨਹੀਂ ਥੱਕਣਾ ਕਦੀ ਵੀ ਸਾਨੂੰ ਦਿੰਦੇ ਹੋਏ। ਆਪਾਂ ਭਾਵੇਂ ਥੱਕ ਜਾਈਏ,
ਤੇ ਉਹਦਾ ਜਿਹੜਾ ਘਰ ਆ, ਉਹ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਪਰ ਗੱਲ ਇਹ ਆ ਕਿ ਜਿਹੜਾ ਦਾਤਾ ਆ, ਉਹਨੂੰ ਮਿਲਣ ਦੀ ਤਾਂਘ ਹੈਗੀ ਆ ਜੋ ਸੱਚ ਆ। ਸੱਚ ਨਾਲ ਜੁੜੇ ਹੋਏ ਆ ਕਿ ਸਿਰਫ ਅਜੇ ਉਹ ਦਾਤ ਪਿਆਰੀ, ਵਿਸਰਿਆ ਦਾ ਤਾਰ, ਦਾਤਾਂ ਹੀ ਪਿਆਰੀਆਂ ਆ, ਤਾਰ ਦਾ ਚੇਤਾ ਹੀ ਨਹੀਂ, ਚੇਤਾ ਹੀ ਨਹੀਂ ਆ। ਦਾਤਾਂ ਤਾਂ ਉਦੋਂ ਤੱਕ ਰਹਿਣੀਆਂ ਆ, ਪਦਾਰਥ ਤਾਂ ਉਦੋਂ ਤੱਕ ਰਹਿਣੇ ਆ ਜਿੰਨਾ ਚਿਰ ਇਹ ਸਰੀਰ ਹੋਇਆ। ਚਲੋ ਜਦੋਂ ਲੋੜ ਹੋਈ ਵਾਹਿਗੁਰੂ ਨੂੰ ਕਹਿ ਦਿੱਤਾ, ਦੇ ਦਿੱਤਾ ਵਾਹਿਗੁਰੂ ਨੇ। ਪਰ ਇਹ ਨਹੀਂ ਹੈ ਕਿ ਸਿਰਫ ਉਹ ਦਾਤਾਂ ਹੀ ਮੰਗਦੇ ਰਹੇ, ਪਦਾਰਥ ਹੀ ਮੰਗਦੇ ਰਹੇ ਤੇ ਵਾਹਿਗੁਰੂ ਨੂੰ ਕਦੀ ਮੰਗੇ ਹੀ ਨਾ। ਉਹਦੇ ਦਰਸ਼ਨਾਂ ਦੀ ਕਦੀ ਤਾਂਘ ਪੈਦਾ ਹੀ ਨਾ ਹੋਈ। ਉਹਨੂੰ ਉਹਦੇ ਮਿਲਾਪ ਲਈ ਕਦੀ ਅੰਦਰ ਉਹ ਤਰਫ ਪੈਦਾ ਹੋਈ ਹੀ ਨਾ। ਉਹਨੂੰ ਕਦੋਂ ਮਿਲਣਾ ਆ? ਇਸੇ ਜਨਮ 'ਚ ਹੀ ਮਿਲਣਾ ਆ, ਇਸੇ ਜਨਮ 'ਚ ਹੀ ਮਿਲ ਹੋਣਾ ਆ। ਇਹ ਜਿਹੜੀ ਵਾਰੀ ਆ, ਇਹ ਛੁੱਟ ਗਈ ਤੇ ਬਾਰ-ਬਾਰ ਨਹੀਂ ਮਿਲਣੀ। ਇਹ ਵੇਲਾ ਨਾ ਲਹਿਸੇ ਮੂੜੇ, ਫਿਰ ਤੂੰ ਜਮ ਕੇ ਵਸ ਪਿਆ। ਤੇ ਜੇ ਇਦੋਂ ਦਰਸ਼ਨ ਨਾ ਹੋਏ, ਫਿਰ ਕਹਿੰਦੇ ਮੂਰਖਾ ਵਾਰੀ ਹੱਥੋਂ ਨਿਕਲ ਗਈ ਤੇ ਫਿਰ ਜਮਾਂ ਦੇ ਵਸ ਪਏਗਾ, ਫਿਰ ਅੱਗੇ ਨਰਕਾਂ ਦੇ ਵਿੱਚ ਜਾਏਗਾ। ਸੋ ਆਪਾਂ ਵੀ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਣਾ ਆ। ਜਿਵੇਂ ਬੱਚਾ ਉਹ ਸਕੂਲ ਜੇ ਜਾਂਦਾ ਹੈ, ਉਹਦਾ ਮਨੋਰਥ ਇਹੀ ਹੁੰਦਾ ਹੈ ਕਿ ਮੈਂ ਚੰਗੇ ਨੰਬਰ ਲੈ ਕੇ ਪੇਪਰਾਂ 'ਚੋਂ ਪਾਸ ਹੋਣਾ ਆ। ਨਹੀਂ ਤਾਂ ਜਦੋਂ ਸਾਲ ਲੰਘ ਗਿਆ, ਫੇਲ ਹੋ ਗਿਆ, ਫਿਰ ਕੋਈ ਫਾਇਦਾ ਨਹੀਂ ਆ। ਫਿਰ ਤਾਂ ਉਹ ਲੰਘਿਆ ਸਮਾਂ ਹੱਥ 'ਚ ਨਹੀਂ ਆਉਣਾ। ਇਵੇਂ ਹੀ ਸਾਡਾ ਇਹ ਜੀਵਨ ਆ, ਇਵੇਂ ਹੀ ਸਾਡਾ ਇਹ ਜੋ ਗੁਰੂ ਪਾਤਸ਼ਾਹ ਮਨੁੱਖਾਂ ਦੇ ਸਾਨੂੰ ਦਿੱਤੀ ਹੋਈ ਆ, ਇਹ ਆ ਕਿ ਹੋਰ ਜੋ ਆਪਾਂ ਜੋ ਮਰਜ਼ੀ ਕਰੀ ਜਾਈਏ, ਸਮਾਂ ਆ, ਸਮਾਂ ਲੰਘਿਆ ਹੱਥ 'ਚ ਨਹੀਂ ਆਉਣਾ, ਸਮਾਂ ਵਾਰ-ਵਾਰ ਨਹੀਂ ਮਿਲਣਾ। ਤੇ ਰੱਬ ਨੂੰ ਮਿਲਣ ਦੀ ਹੀ ਵਾਰੀ ਆ, ਉਹਨੂੰ ਮਿਲਣਾ ਹੀ ਮਿਲਣਾ ਆ। ਉਹਦੀ ਤਾਂਘ ਭਾਵੇਂ ਅੱਜ ਪੈਦਾ ਕਰ ਲਓ, ਭਾਵੇਂ ਕੱਲ। ਤੇ ਜੇ ਨਹੀਂ ਪੈਦਾ ਹੋਈ, ਨਹੀਂ ਮਿਲਾਪ ਹੋਇਆ, ਤੇ ਫਿਰ ਉਹ ਦੁਬਾਰਾ ਜਨਮ ਲੈਣਾ ਪਊਗਾ। ਜੇ ਅੰਮ੍ਰਿਤ ਹੀ ਨਹੀਂ ਛਕਿਆ, ਫਿਰ ਨਰਕਾਂ ਦੇ ਵਿੱਚ ਜਾਣਾ ਪਊਗਾ, 84 ਦੇ ਗੇਟ 'ਚ ਪੈਣਾ ਪਊਗਾ। ਸੋ ਜਿਹੜਾ ਸਾਡਾ ਸਮਾਂ ਆ, ਬਹੁਤ ਕੀਮਤੀ ਆ, ਬਹੁਤ ਹੀ ਕੀਮਤੀ ਆ। ਆਪਾਂ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਕੇ, ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਤੁਸੀਂ ਸਾਨੂੰ ਇਸ ਭਵਜਲ 'ਚੋਂ ਪਾਰ ਲੰਘਾਉਣਾ ਆ। ਮੰਨਦਾ ਆ ਵਾਹਿਗੁਰੂ ਭਵਜਲ 'ਚ ਫਸਿਆ ਹੋਇਆ ਆ, ਵਿਕਾਰਾਂ 'ਚ ਫਸਿਆ ਹੋਇਆ ਆ, ਅੱਗ ਦੇ ਸਮੁੰਦਰ 'ਚ ਫਸਿਆ ਹੋਇਆ ਆ। ਸੋ ਕਿੱਥੇ ਅੰਦਰ ਉਹ ਦਰਸ਼ਨਾਂ ਦੀ ਤਾਂਘ ਪੈਦਾ ਹੋਏ, ਰੱਬ ਨੂੰ ਮਿਲਣ ਦੀ ਤਾਂਘ ਪੈਦਾ ਹੋਏ। ਮੈਂ ਇੱਥੇ ਹੀ ਬਹੁਤ ਵਿਅਸਤ ਹਾਂ, ਦਿਨ ਰਾਤ ਖਾ ਲਿਆ, ਪੀ ਲਿਆ, ਹੱਸ ਲਿਆ, ਸੌਂ ਲਿਆ, ਤੇ ਗੁਰੂ ਪਾਤਸ਼ਾਹ ਬਸ ਇਸੇ 'ਚ ਹੀ ਲੱਗਾ ਹੋਇਆ ਆ। ਆਦਿ ਜੁਗਾਦ ਭਗਤ ਜਨ ਸੇਵਕ, ਤਾਂ ਕਿ ਬਿਖੇ ਆਧਾਰਾ। ਕਹਿੰਦੇ ਹੇ ਵਾਹਿਗੁਰੂ ਜੀ, ਤੇਰੇ ਭਗਤ ਜਨ, ਤੇਰੇ ਜਿਹੜੇ ਸੇਵਕ ਆ, ਉਹ ਆਦਿ ਤੋਂ, ਜੁਗਾਂ ਤੋਂ, ਆਦਿ ਤੋਂ ਹੀ ਵਿਸ਼ੇ ਵਿਕਾਰਾਂ ਤੋਂ ਬਚਣ ਲਈ ਤੇਰਾ ਹੀ ਆਸਰਾ ਤੱਕਦੇ ਆ। ਸੋ ਵਿਸ਼ੇ ਵਿਕਾਰਿਆਂ 'ਚੋਂ ਪਾਰ ਜਦੋਂ ਲੰਘਾਂਗੇ, ਇਹਨਾਂ 'ਚੋਂ ਨਿਕਲਾਂਗੇ, ਤਾਂ ਹੀ ਉਹ ਰੱਬ ਮਿਲਣਾ ਆ, ਤਾਂ ਹੀ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਆ, ਦਰਸ਼ਨ ਹੋਣੇ ਆ। ਵਾਹਿਗੁਰੂ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਇੱਕ-ਮਿੱਕ ਹੋਇਆ ਜਾਣਾ ਆ। ਨਹੀਂ ਤਾਂ ਇਹ ਜਿਹੜੇ ਵਿਸ਼ੇ ਵਿਕਾਰ ਆ, ਇਹ ਬੰਦੇ ਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੇ। ਤੇ ਗੁਰੂ ਪਾਤਸ਼ਾਹ ਜੀ, ਜੇ ਮੈਂ ਇਹਨਾਂ ਵਿਸ਼ੇ ਵਿਕਾਰਾਂ 'ਚੋਂ ਪਾਰ ਲੰਘਣਾ, ਤੇ ਉਹਦੇ ਲਈ ਆਸਰਾ ਸਿਰਫ ਬਾਣੀ ਦਾ ਹੀ ਲੈਣਾ ਪੈਣਾ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਲੈਣਾ ਪੈਣਾ ਆ। ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਤੇ ਜਿਸ ਦੀ ਵਾਹਿਗੁਰੂ ਨੇ ਆਪ ਬਾਂਹ ਫੜ ਕੇ ਜਿਸ ਨੂੰ ਬਾਹਰ ਕੱਢਿਆ, ਉਹੀ ਨਿਕਲ ਸਕਦਾ ਆ। ਤੇ ਜਿਹੜੇ ਵਾਹਿਗੁਰੂ ਦੇ ਭਗਤ ਜਨ ਆ, ਸੇਵਕ ਆ, ਉਹ ਵੀ ਆਦਿ ਤੋਂ, ਜੁਗਾਦ ਤੋਂ, ਜੁਗਾਂ ਤੋਂ ਸਿਰਫ ਵਾਹਿਗੁਰੂ ਦਾ ਹੀ ਆਸਰਾ ਤੱਕਦੇ ਆ ਰਹੇ। ਹੁਣ ਇਹ ਨਹੀਂ ਆ ਕਿ ਅਸੀਂ ਹੁਣ ਦਰਸ਼ਨ ਕਰਨੇ ਆ ਤੇ ਹੁਣ ਆ ਕੇ ਉਹ ਸਾਨੂੰ ਇਸ ਤਰੀਕੇ ਦੇ ਨਾਲ ਚੱਲਣਾ ਪੈਣਾ ਆ। ਪਹਿਲਾਂ ਹੋਰ ਤਰੀਕੇ ਸੀ, ਨਹੀਂ, ਆਦਿ ਜੁਗਾਦ ਤੋਂ ਸ਼ੁਰੂ ਤੋਂ ਇੱਕ ਹੀ ਤਰੀਕਾ ਆ, ਆਸਰਾ ਸਿਰਫ ਇੱਕ ਹੀ ਆ, ਉਹ ਵਾਹਿਗੁਰੂ ਦਾ। ਉਹਦਾ ਆਸਰਾ ਲੈ ਕੇ ਹੀ, ਬਾਣੀ ਦਾ ਆਸਰਾ ਲੈ ਕੇ ਹੀ ਇਹਨਾਂ ਸਭ ਚੋਂ ਨਿਕਲਿਆ ਜਾਣਾ। ਅਸੂਲ ਇੱਕ ਹੀ ਆ, ਅਸੂਲ ਵਾਹਿਗੁਰੂ ਦੇ ਸਮੇਂ ਨਾਲ ਨਹੀਂ ਬਦਲਦੇ। ਉਹੀ ਕਿ ਜਿਹੜਾ ਸੱਚ ਹੁੰਦਾ ਆ ਨਾ, ਉਹ ਕਦੇ ਨਹੀਂ ਬਦਲਦਾ। ਵਾਹਿਗੁਰੂ ਸੱਚ ਆ, ਉਹਦਾ ਨਾਮ ਸੱਚ ਆ। ਆਪ ਸੱਚ ਭਾਵੇ ਤੇ ਸੱਚ, ਉਸਨੂੰ ਚੰਗਾ ਵੀ ਆਪਣਾ ਸੱਚਾ ਨਾਮ ਹੀ ਲੱਗਦਾ ਆ। ਉਸਦੇ ਅਸੂਲ ਵੀ ਸੱਚੇ ਆ ਕਿ ਉਹ ਵੀ ਫਿਰ ਸਮੇਂ ਦੇ ਨਾਲ ਨਹੀਂ ਬਦਲਦੇ। ਇਹ ਨਹੀਂ ਕਿ ਪਹਿਲਾਂ ਗੁਰੂ ਪਾਤਸ਼ਾਹ ਜੀ ਨੇ ਕੁਰੈਤਾ ਕਰਨ ਤੋਂ ਮਨਾ ਕੀਤਾ ਸੀ ਤੇ ਕੁਰੈਤਾ ਹੁਣ ਹੀ ਆ ਕੇ ਬੈਨ ਕੀਤੀਆਂ, ਨਹੀਂ।
ਰੂਲ ਵਾਹਿਗੁਰੂ ਦੇ ਉਹੀ ਰਹੇ ਆ। ਨਾਮ ਸਿਮਰਨ ਦਾ, ਭਗਤੀ ਦਾ, ਅੰਦਰੋਂ ਵਾਹਿਗੁਰੂ ਨੂੰ ਲੱਭਣ ਦਾ, ਵਾਹਿਗੁਰੂ ਨਾਮ 'ਚ ਧਿਆਨ ਧਰਨਾ, ਭਗਤੀ ਕਰਨੀ, ਅੰਦਰੋਂ ਸੁਣਨਾ, ਫਿਰ ਵਾਹਿਗੁਰੂ ਨਾਮ ਦੇ ਰਾਹੀਂ ਵਾਹਿਗੁਰੂ ਜਪ ਕੇ ਫਿਰ ਮਤਲਬ ਵਾਹਿਗੁਰੂ ਤੱਕ ਪਹੁੰਚਣਾ। ਇਹ ਜਿਹੜਾ ਫਾਰਮੈਟ ਆ, ਇਹ ਸ਼ੁਰੂ ਤੋਂ ਹੀ ਇਹੀ ਆ, ਇਹ ਨਹੀਂ ਬਦਲਿਆ। ਤਿੰਨ ਜਨ ਕੀ ਧੂਰ ਬਾਸ਼ੇ ਨਿਤ ਨਾਨਕ, ਪਰਮੇਸ਼ਰ ਦੇਵਨਹਾਰਾ। ਕਹਿੰਦੇ ਹੇ ਨਾਨਕ, ਉਹਨਾਂ ਭਗਤ ਜਨਾਂ ਦੇ ਪੈਰਾਂ ਦੀ ਮੈਂ ਚਰਨਾਂ ਦੀ ਧੂੜ ਮੰਗਦਾ ਆ। ਤੇ ਗੁਰੂ ਪਾਤਸ਼ਾਹ ਤੁਸੀਂ ਹੀ ਮੈਨੂੰ ਇੰਨੇ ਵੱਡੇ ਮਾਲਕ, ਇਹ ਦਾਤਾਂ ਦੇਣ ਦੀ ਸਮਰੱਥਾ ਰੱਖਣ ਵਾਲੇ ਹੋ ਕਿ ਗੁਰੂ ਪਾਤਸ਼ਾਹ ਜਿਹੜੇ ਤੁਹਾਡੇ ਦਰਸ਼ਨ ਕਰਦੇ ਆ, ਜਿਹੜੇ ਤੁਹਾਡੇ ਦਰਸ਼ਨਾਂ ਦੀ ਤਾਂਘ ਰੱਖਦੇ ਆ, ਕਿਰਪਾ ਕਰੋ ਕਿ ਮੈਨੂੰ ਵੀ ਉਹਨਾਂ ਭਗਤ ਜਨਾਂ ਦੀ, ਆਪਣੇ ਗੁਰਸਿੱਖ ਪਿਆਰਿਆਂ ਦੀ ਚਰਨਾਂ ਦੀ ਧੂੜ ਬਖਸ਼ੋ। ਪਵਿੱਤਰ ਸੰਤਨ ਕੀ ਧੂਰੇ, ਕਿਉਂਕਿ ਉਹ ਬਹੁਤ ਪਵਿੱਤਰ ਆ, ਬਹੁਤ ਪਵਿੱਤਰ ਆ, ਕਿ ਉਹਨਾਂ ਦੇ ਚਰਨਾਂ ਦੀ ਧੂੜ ਹੀ ਬਹੁਤ ਪਵਿੱਤਰ ਆ। ਜਿਹੜੇ ਤੁਹਾਡੇ ਰਾਹ ਤੇ ਚੱਲ ਰਹੇ ਆ, ਜਿਨ੍ਹਾਂ ਦੇ ਅੰਦਰ ਤੁਹਾਡੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਆ, ਉਹਨਾਂ ਦੀ ਚਰਨ ਧੂੜ ਮੈਨੂੰ ਮਿਲ ਜਾਏ। ਮੇਰੇ ਮਾਥੇ ਲਾਗੀ ਲੈ ਧੂਰ, ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤਿਨਹੂ ਤੇ ਦੂਰ। ਕਿ ਜਿਨ੍ਹਾਂ ਨੂੰ ਉਹ ਦੇਵੀਆਂ ਦੇਵਤੇ ਰਿਸ਼ੀ ਮੁਨੀ ਵੀ ਤਰਸ ਰਹੇ ਆ, ਗੁਰੂ ਪਾਤਸ਼ਾਹ ਮੈਨੂੰ ਵੀ ਆਪਣੇ ਉਹਨਾਂ ਗੁਰਸਿੱਖਾਂ ਪਿਆਰਿਆਂ ਦੀ, ਭਗਤ ਜਨਾਂ ਦੀ ਚਰਨਾਂ ਦੀ ਧੂੜ ਬਖਸ਼ੋ। ਤਾਂ ਹੀ ਗੁਰੂ ਪਾਤਸ਼ਾਹ ਜੀ ਸਾਨੂੰ ਸੰਗਤ 'ਚ ਜਾ ਕੇ ਉੱਥੇ ਗੁਰਸਿੱਖਾਂ ਦੀ ਚਰਨ ਧੂੜ ਲੈਣ ਨੂੰ ਕਹਿੰਦੇ ਆ, ਜੋੜੇ ਮਸਤਕ ਨੂੰ ਲਗਾਉਣ ਨੂੰ ਕਹਿੰਦੇ ਆ। ਕਿ ਜਿਹੜੇ ਵਾਹਿਗੁਰੂ ਦੇ ਰਾਹ ਤੇ ਚੱਲ ਰਹੇ, ਉਹਨਾਂ ਦੇ ਚਰਨਾਂ ਦੀ ਧੂੜ ਹੀ ਬਹੁਤ ਪਵਿੱਤਰ ਆ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ। ਤੇ ਜੇ ਸਾਡੇ ਪੂਰਬਲੇ ਕਰਮਾਂ 'ਚ ਲਿਖਿਆ ਹੋਏ ਨਾ, ਸਾਡੇ ਸੋਹਣੇ ਕਰਮਾਂ 'ਚ ਲਿਖਿਆ ਹੋਏ, ਗੁਰੂ ਪਾਤਸ਼ਾਹ ਜੀ ਨੇ ਧੁਰੋਂ ਲਿਖਿਆ ਹੋਏ, ਤਾਂ ਹੀ ਚਰਨ ਧੂੜ ਮਿਲਦੀ ਹੈ। ਚਰਨ ਧੂੜ ਮਿਲਣੀ ਵੀ ਕੋਈ ਆਮ ਬਖਸ਼ਿਸ਼ ਨਹੀਂ ਆ, ਬਹੁਤ ਵੱਡੀ ਦਾਤ ਹੈ ਵਾਹਿਗੁਰੂ ਦੀ। ਤੇ ਮਿਲਦੀ ਕਿਸ ਨੂੰ ਆ? ਜਿਸ ਤੇ ਬਹੁਤ ਵੱਡੇ ਭਾਗ ਹੋਣ, ਜਿਸ ਤੇ ਬਹੁਤ ਵੱਡੇ ਭਾਗ ਹੋਣ। ਤੇ ਜੇ ਗੁਰੂ ਪਾਤਸ਼ਾਹ ਜੀ ਸਾਨੂੰ ਸੰਗਤ ਦੀ ਚਰਨ ਧੂੜ ਦੇ ਰਹੇ ਆ, ਤੇ ਅਸੀਂ ਬਹੁਤ ਭਾਗਾਂ ਵਾਲੇ ਆ। ਪਤਾ ਨਹੀਂ ਇਸ ਧੂੜ ਦੇ ਨਾਲ ਸਾਡੇ ਕਿੰਨੇ ਕੁ ਪਾਪ ਖਤਮ ਹੋ ਜਾਣੇ ਆ, ਸਾਡੇ ਕਿੰਨੇ ਕੁ ਭੈੜੇ ਕਰਮ ਗੁਰੂ ਪਾਤਸ਼ਾਹ ਜੀ ਨੇ ਮਿਟਾ ਦੇਣੇ ਆ, ਅਸੀਂ ਨਹੀਂ ਜਾਣਦੇ। ਇੰਨੀ ਬਖਸ਼ਿਸ਼ ਆ ਇਹਦੇ ਵਿੱਚ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀਗਤ ਪਾਹੇ। ਗੁਰੂ ਪਾਤਸ਼ਾਹ ਸਾਡਾ ਪਾਪੀਆਂ ਦਾ ਵੀ ਕਿਤੇ ਉਧਾਰ ਹੋ ਜਾਊਗਾ, ਜੇ ਅਸੀਂ ਉਹਨਾਂ ਗੁਰਸਿੱਖਾਂ ਦੀ, ਜੋ ਤੁਹਾਨੂੰ ਮਿਲਣਾ ਚਾਹੁੰਦੇ ਆ, ਜੋ ਤੁਹਾਡੇ ਰਾਹ ਤੇ ਚੱਲਦੇ ਆ, ਜਿਨ੍ਹਾਂ ਦੇ ਅੰਦਰ ਤੁਹਾਡੇ ਦਰਸ਼ਨਾਂ ਦੀ ਤਾਂਘ ਆ, ਜੋ ਤੁਹਾਡੀ ਸੇਵਾ ਭਗਤੀ ਕਰਦੇ ਆ, ਜਿਨ੍ਹਾਂ ਨੂੰ ਤੁਸੀਂ ਆਪ ਆ ਕੇ ਦਰਸ਼ਨ ਦਿੰਦੇ ਹੋ, ਜਿਹੜੇ ਰੱਬ ਨੂੰ ਮਿਲੇ ਹੋਏ ਆ, ਸੋ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ, ਇਸ ਤੋਂ ਉੱਪਰ ਹੋਰ ਕੀ ਹੋ ਸਕਦਾ ਹੈ। ਸਾਡੇ ਕਿੰਨੇ ਪਾਪ ਖਤਮ ਹੋ ਜਾਣਗੇ, ਸਾਡੇ ਤੇ ਕਿੰਨੀ ਕਿਰਪਾ ਹੋ ਜਾਊਗੀ। ਹੁਣ ਜਿਵੇਂ ਸਿਮਰਨ ਨਾ ਚੱਲਦਾ ਹੋਏ, ਜਾਂ ਸਾਨੂੰ ਸੁਰਤੀ ਦੇ ਰਾਹ ਤੇ ਕੋਈ ਪ੍ਰੋਬਲਮ ਆਉਂਦੀ ਹੋਏ, ਤੇ ਆਪਾਂ ਉਹ ਗੁਰੂ ਪਾਤਸ਼ਾਹ ਜੀ ਨੂੰ ਚਰਨ ਧੂੜ 'ਚ ਜਾ ਕੇ ਜਦੋਂ ਅਰਦਾਸ ਕਰਦੇ ਆ, ਤੇ ਗੁਰੂ ਪਾਤਸ਼ਾਹ ਜੀ ਉਹ ਸਾਡੇ ਤੇ ਕਿੰਨੀ ਛੇਤੀ ਕਿਰਪਾ ਕਰਦੇ ਆ। ਫਿਰ ਸਾਡਾ ਮਨ ਟਿਕਾਉਂਦੇ ਆ, ਅੰਦਰੋਂ ਸਾਨੂੰ ਟਿਕਾਉਂਦੇ ਆ, ਵਿਕਾਰ ਖਤਮ ਕਰਦੇ ਆ। ਜੋ ਵੀ ਲੈਣਾ ਹੋਏ, ਆਪਾਂ ਜਦੋਂ ਚਰਨ ਧੂੜ 'ਚ ਜਾ ਕੇ ਅਰਦਾਸ ਕਰਦੇ, ਗੁਰੂ ਪਾਤਸ਼ਾਹ ਜੀ ਕਿੰਨੀ ਛੇਤੀ ਕਿਰਪਾ ਕਰਦੇ ਆ। ਬਸ ਬਖਸ਼ਿਸ਼ ਆ, ਇਹ ਬਖਸ਼ਿਸ਼ ਦੀ ਖੇਡ ਆ। ਤੇ ਜਿਨ੍ਹਾਂ ਦੇ ਅੰਦਰ, ਜਿਹੜੇ ਵਾਹਿਗੁਰੂ ਦੇ ਰਾਹ ਤੇ ਚੱਲ ਰਹੇ ਆ, ਉਹਨਾਂ ਦੇ ਜੋ ਚਰਨਾਂ ਦੇ ਵਿੱਚ ਆ ਨਾ, ਉਹਨਾਂ ਦੇ ਜੋ ਚਰਨਾਂ ਦੀ ਧੂੜ 'ਚੋਂ ਸਾਨੂੰ ਮਿਲ ਜਾਣਾ ਆ, ਉਹ ਸਾਨੂੰ ਹੋਰ ਕਿਤੇੋਂ ਨਹੀਂ ਮਿਲ ਸਕਦਾ। ਸੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਹੁਣ ਇੰਨੀਆਂ ਦਾਤਾਂ ਮੈਂ ਮੰਗ ਰਿਹਾ ਹਾਂ, ਤੁਹਾਡੇ ਤੋਂ ਦਰਸ਼ਨ ਮੰਗ ਰਿਹਾ ਹਾਂ, ਸਿਮਰਨ ਮੰਗ ਰਿਹਾ ਹਾਂ, ਸੰਗਤ ਮੰਗ ਰਿਹਾ ਹਾਂ, ਸੇਵਾ ਭਗਤੀ ਮੰਗ ਰਿਹਾ ਹਾਂ, ਸੰਗਤ ਦੀ ਚਰਨ ਧੂੜ ਮੰਗ ਰਿਹਾ ਹਾਂ ਪਾਤਸ਼ਾਹ। ਤੇ ਇਹ ਦਾਤਾਂ ਕੌਣ ਦੇ ਸਕਦਾ ਹੈ? ਤਿੰਨ ਜਨ ਕੀ ਧੂਰ ਬਾਸ਼ੇ ਨਿਤ ਨਾਨਕ, ਪਰਮੇਸ਼ਰ ਦੇਵਨਹਾਰਾ। ਪਰਮੇਸ਼ਰ ਦੇਵਨਹਾਰਾ, ਕਿ ਗੁਰੂ ਪਾਤਸ਼ਾਹ ਇਹ ਦਾਤਾਂ ਤੁਸੀਂ ਆਪ ਹੀ ਦੇਣ ਦੇ ਸਮਰੱਥ ਹੋ। ਸੋ ਤੁਸੀਂ ਆਪ ਕਿਰਪਾ ਕਰੋ, ਮੈਨੂੰ ਵੀ ਇਹ ਦਾਤ ਦਿਓ ਕਿ ਮੈਨੂੰ ਵੀ ਸਿਮਰਨ ਦੀ ਦਾਤ ਮਿਲੇ, ਮੈਂ ਤੁਹਾਡੇ ਰਾਹ ਤੇ ਚੱਲਾਂ, ਮੈਂ ਤੁਹਾਡੀ ਸੰਗਤ ਕਰਾਂ, ਸੰਗਤ ਦੀ ਚਰਨ ਧੂੜ ਲਵਾਂ, ਮੇਰੇ ਅੰਦਰ ਦਰਸ਼ਨਾਂ ਦੀ ਤਾਂਘ ਪੈਦਾ ਹੋਏ, ਪਿਆਰ ਹੋਏ,
ਕਿ ਮੈਂ ਵਾਹਿਗੁਰੂ ਨੂੰ ਮਿਲਣਾ ਆ। ਸੋ ਮੈਂ ਉਸ ਤਾਂਘ ਨੂੰ ਆਪਣੇ ਅੰਦਰ ਰੱਖ ਕੇ ਤੁਹਾਡੇ ਕੋਲ ਆਵਾਂ, ਸੰਗਤ 'ਚ ਆ ਕੇ ਤੁਹਾਡੇ ਅੱਗੇ ਤਰਲੇ ਲਾਵਾਂ, ਅਰਦਾਸਾਂ ਕਰਾਂ, ਮਿੰਨਤਾਂ ਕਰਾਂ, ਸੰਗਤ ਤੋਂ ਅਰਦਾਸਾਂ ਕਰਵਾਵਾਂ। ਗੁਰੂ ਪਾਤਸ਼ਾਹ, ਮੈਂ ਤੁਹਾਡੀ ਸੰਗਤ ਦੇ ਜੋੜਿਆਂ 'ਚ ਆ ਕੇ ਉਹ ਦਰਸ਼ਨਾਂ ਦੀ ਤਾਂਘ ਰੱਖ ਕੇ ਤੁਹਾਡੇ ਅੱਗੇ ਅਰਦਾਸਾਂ ਬੇਨਤੀਆਂ ਕਰਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੇਰੇ ਤੇ ਵੀ ਕਿਰਪਾ ਕਰੋ, ਬਖਸ਼ਿਸ਼ ਕਰੋ ਕਿ ਮੈਨੂੰ ਵੀ ਆਪਣੇ ਦਰਸ਼ਨ ਦਿਓ ਕਿ ਜਿਸ ਕੰਮ ਲਈ ਮੈਨੂੰ ਇਹ ਜੀਵਨ ਮਿਲਿਆ ਆ, ਮੈਂ ਉਸ ਜੀਵਨ ਮਨੋਰਥ ਨੂੰ ਪੂਰਿਆਂ ਕਰ ਸਕਾਂ। ਸੋ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਜੋ ਸਾਨੂੰ ਉਹਨਾਂ ਦਰਸ਼ਨਾਂ ਤੱਕ ਪਹੁੰਚਾ ਸਕਦੇ ਆ। ਸੋ ਅਸੀਂ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆ ਕੇ ਪੱਲਾ ਪਾ ਕੇ ਆ ਕੇ ਹੀ ਖੜਨਾ ਆ, ਇਹਨਾਂ ਨੂੰ ਹੀ ਕਹਿਣਾ ਆ ਦਰਸ਼ਨਾਂ ਦੇ ਵਾਸਤੇ। ਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਨ। ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ, ਪ੍ਰਭ ਇਹ ਹੈ ਮਨੋਰਥ ਮੇਰਾ, ਕਿਰਪਾ ਨਿਦਾਨ ਦਇਆਲ ਮੋਹਿ ਦੀਜੈ, ਕਰ ਸੰਤਨ ਕਾ ਚੇਰਾ, ਪ੍ਰਾਤः ਕਾਲ ਲਾਗੋ ਜਨ ਚਰਨੇ, ਨਿਸ ਬਾਸਰ ਦਰਸ ਪਾਵੋ, ਤਨ ਮਨ ਅਰਪ ਕਰੂੰ ਗੁਰ ਸੇਵਾ, ਰਸਨਾ ਹਰ ਗੁਣ ਗਾਵੋ। ਸਾਸ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗਤ ਨਿਤ ਰਹੀਐ, ਏਕ ਆਧਾਰ ਨਾਮ ਤਨ ਮੋਰਾ, ਅਨੰਦ ਨਾਨਕ ਕਹਿ ਲਹੀਐ। ਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਹਮੇਸ਼ਾ ਦੀ ਸੰਗਤ, ਸੇਵਾ, ਭਗਤੀ ਬਖਸ਼ੋ, ਚਰਨ ਧੂੜ ਬਖਸ਼ੋ ਕਿ ਮੈਂ ਵੀ ਤੁਹਾਨੂੰ ਜਲਦੀ ਤੋਂ ਜਲਦੀ ਇਹਨਾਂ ਮਾਇਆ ਚੋਂ, ਵਿਕਾਰਾਂ ਚੋਂ, ਪਦਾਰਥਾਂ ਚੋਂ, ਇਹ ਸਭ ਝੂਠੇ ਮੋਹ ਚੋਂ ਨਿਕਲ ਕੇ ਤੁਹਾਨੂੰ ਮਿਲ ਸਕਾਂ, ਸੱਚੀ ਖੇਡ ਨੂੰ ਸਮਝ ਸਕਾਂ। ਤੇ ਉਹ ਸੱਚੀ ਖੇਡ ਨੂੰ ਵੀ ਉਦੋਂ ਹੀ ਸਮਝ ਹੁੰਦਾ ਆ, ਉਦੋਂ ਹੀ ਉਹ ਖੇਡ ਨੂੰ ਖੇਡਿਆ ਜਾਂਦਾ ਆ ਜਦੋਂ ਸੱਚ ਦੇ ਰਾਹ ਤੇ ਚੱਲੀਏ। ਤੇ ਗੁਰੂ ਪਾਤਸ਼ਾਹ ਸੱਚ ਹੈ ਹੀ ਏ। ਸੰਗਤ, ਸੰਗਤ ਦੀ ਸੇਵਾ, ਚਰਨ ਧੂੜ, ਬਾਣੀ ਦੀ ਵਿਚਾਰ ਸਿਮਰਨ। ਗੁਰੂ ਪਾਤਸ਼ਾਹ ਆਪ ਹੀ ਕਿਰਪਾ ਕਰੋ, ਬਖਸ਼ਿਸ਼ ਕਰੋ। ਬਾਣੀ ਦੀ ਵਿਚਾਰ ਕਰਦਿਆਂ ਇੱਕ ਹੀ ਨਹੀਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸਾਰੀ ਸੰਗਤ ਬਖਸ਼ਣਹਾਰੋ, ਬਖਸ਼ ਲੈਣਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਬਖਸ਼ਣਹਾਰ ਹਨ, ਬਖਸ਼ ਲੈਣ। ਵਾਹਿਗੁਰੂ ਜੀ।